KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 7 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬੀ ਆਵਾਜ਼ ਦੇ ਸਾਰੇ ਸਰੋਤਿਆਂ ਨੂੰ ਆਦਾਬ ਜੀ। ਡਾਕਟਰ ਸਾਹਿਬ ਜਿਵੇਂ ਕਿ ਆਪਾਂ ਖਬਰਾਂ ਦੇ ਵਿੱਚ ਵੀ ਸੁਣਿਆ, ਜਿਸ ਦਿਨ ਦੀ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਆ, ਉਹਨਾਂ ਦੇ ਜਾਣ ਦੇ ਨਾਲ ਸੰਗੀਤ ਜਗਤ ਨੂੰ ਇੱਕ ਬਹੁਤ ਵੱਡਾ ਘਾਟਾ ਪੈ ਗਿਆ। ਦੁਨੀਆ ਭਰ ਦੇ ਵਿੱਚ ਸੋਗ ਦੀ ਲਹਿਰ ਆ ਤੇ ਵੱਖ-ਵੱਖ ਜਿਹੜੇ ਸਿਆਸੀ ਪਾਰਟੀਆਂ ਦੇ ਬੰਦੇ ਹੈਗੇ ਉਹਨਾਂ ਦੇ ਘਰ ਜਾ ਕੇ ਅਫਸੋਸ ਵੀ ਪ੍ਰਗਟ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਸਿਆਸਤ ਵੀ ਕੀਤੀ ਜਾ ਰਹੀ ਆ। ਕੀ ਕਹਿਣਾ ਚਾਹੋਗੇ ਤੁਸੀਂ ਇਸ ਤੇ? ਜਿਹੜਾ ਸਿਆਸੀ ਲੀਡਰਾਂ ਨੇ ਅਫਸੋਸ ਕਰਨਾ, ਉਹ ਤਾਂ ਕਹਿੰਦੇ ਹੁੰਦੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਜੀ। ਤੇ ਜਿਹੜਾ ਉਹਨਾਂ ਦੀ ਕੰਟਰੀਬਿਊਸ਼ਨ ਮੂਸੇਵਾਲਾ ਦੀ ਜਿਹੜਾ ਜਾਨਰਾ ਉਹ ਗਾਉਂਦੇ ਸੀ, ਰੈਪ ਮਿਊਜ਼ਿਕ ਜਿਹਨੂੰ ਕਹਿੰਦੇ ਆ। ਹਾਂਜੀ। ਮੈਂ ਤਾਂ ਦੇਖੋ ਕਵਾਲੀਆਂ ਸੁਣਨ ਵਾਲਾ ਬੰਦਾ, ਪਰ ਇਹ ਜਾਨਰਾ ਜ਼ਿਆਦਾ ਪਹਿਲਾਂ ਸ਼ੁਰੂ ਹੋਇਆ ਕਾਲੇ ਲੋਕਾਂ ਤੇ ਅਮਰੀਕਾ ਦੇ ਵਿੱਚ, ਔਰ ਬਹੁਤੇ ਸੋਸ਼ੀਓਲੋਜਿਸਟ ਦਾ ਇਹ ਕਹਿਣਾ ਹੈ ਕਿ ਇਹ ਰੈਪ ਮਿਊਜ਼ਿਕ ਦੇ ਵਿੱਚ ਤੁਹਾਨੂੰ ਦੱਸਦੇ ਆ ਗਨ ਲਈ ਫਿਰਦਾ, ਆਹ ਲਈ ਫਿਰਦਾ, ਪਰ ਅਸਲ ਦੇ ਵਿੱਚ ਉਹ ਰਿਬੈਲੀਅਨ ਸੀ, ਇੱਕ ਬਗਾਵਤ ਸੀ ਜੀ। ਉਹਨਾਂ ਲੋਕਾਂ ਦੀ ਬਗਾਵਤ ਹੈ ਜਿਨ੍ਹਾਂ ਦੇ ਖਿਲਾਫ ਵਿਤਕਰਾ ਬੜਾ ਹੁੰਦਾ। ਤੁਸੀਂ ਦੇਖਿਆ ਹੋਣਾ $20 ਦੀ ਖਾਤਰ ਬੰਦੇ ਨੂੰ ਮਾਰ ਦਿੱਤਾ ਉਹਨਾਂ ਨੇ, ਪੁਲਿਸ ਵਾਲੇ ਨੇ ਜੀ। ਫਿਰ ਉਹਨਾਂ ਦੇ ਜੇ ਇਨਰ ਸਿਟੀ ਦੇ ਵਿੱਚ ਜਾ ਕੇ ਦੇਖੋ ਤੁਸੀਂ, ਕਿਆ ਬੁਰਾ ਹਾਲ ਹੁੰਦਾ ਉਹਨਾਂ ਦਾ। ਹਾਂਜੀ। ਤੇ ਉਹਦੇ ਇਨਰ ਸਿਟੀਜ਼ ਦੇ ਵਿੱਚ ਰਹਿਣ ਦੀ ਖਾਤਰ ਜਿਹੜੀ ਉਹ ਸਿਸਟਮ ਦੇ ਖਿਲਾਫ ਇੱਕ ਬਗਾਵਤ ਦੇ ਤੌਰ ਤੇ ਗਾਉਂਦੇ ਸੀ, ਤੇ ਇਹ ਰੈਪ ਮਿਊਜ਼ਿਕ ਉਹਨਾਂ ਦਾ ਸ਼ੁਰੂ ਕੀਤਾ ਹੈ ਵੈਸੇ ਜੀ। ਤੇ ਮੈਨੂੰ ਹੁਣ ਸਿੱਧੂ ਮੂਸੇਵਾਲਾ ਦੇ ਮੈਂ ਗਾਣੇ ਨਹੀਂ ਸੁਣੇ, ਮੈਨੂੰ ਨਹੀਂ ਪਤਾ ਉਹਨਾਂ ਦੀ ਜਾਨਰਾ ਕਿੱਦਾਂ ਉਹ ਗਾਉਂਦੇ ਸੀ, ਪਰ ਜਿਹੜੇ ਸ਼ੁਰੂਆਤ ਰੈਪ ਮਿਊਜ਼ਿਕ ਦੀ ਹੋਈ ਹੈ ਉਹ ਇੱਥੋਂ ਹੀ ਹੋਈ ਆ, ਬਗਾਵਤ ਤੋਂ। ਪਰ ਕੀ ਇਹ ਜਿਹੜੇ ਸਿਆਸੀ ਲੀਡਰ ਆ ਇਹ ਕੋਈ ਬਗਾਵਤ ਦੀ ਗੱਲ ਕਰਦੇ ਆ? ਇਹ ਤਾਂ ਅਸੀਂ ਅੰਗਰੇਜ਼ੀ ਸ਼ਬਦ ਹੁੰਦਾ ਨਾ ਸੋਸ਼ੀਓਪੈਥ ਆ ਜੀ। ਇਹ ਲਾਸ਼ਾਂ ਦੇ ਉੱਤੇ ਹੀ ਤੁਰ ਕੇ ਕੁਰਸੀ ਲੱਭਦੇ ਹੁੰਦੇ, ਕੁਰਸੀ ਤੇ ਬੈਠ ਸਕਦੇ। ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿੰਨੇ ਬੰਦੇ ਮਰੇ ਆ, ਕਿੰਨੇ ਜੀ ਰਹੇ ਆ, ਕਿਹਦੇ ਨਾਲ ਕੀ ਹੋਇਆ। ਹੁਣ ਵੱਡੇ ਵੱਡੇ ਲੀਡਰ ਇਸ ਕਰਕੇ ਆ ਰਹੇ ਆ ਕਿ ਕਿਉਂਕਿ ਉਹਨਾਂ ਨੇ ਪਿਰਤ ਪਾਤੀ, ਕੋਈ ਹੋਮ ਮਿਨਿਸਟਰ ਆ ਗਿਆ, ਉਸ ਤੋਂ ਬਾਅਦ ਉਹ ਤੋਂ ਪਹਿਲਾਂ ਦੇਖੋ ਭਗਵੰਤ ਮਾਨ ਆਇਆ। ਹਾਂਜੀ। ਭਗਵੰਤ ਮਾਨ ਨੇ ਪਹਿਲਾਂ ਪੈਰ ਨਹੀਂ ਧਰਿਆ ਉੱਥੇ, ਤੇ ਉਹਨਾਂ ਨੇ ਆਪਣਾ ਕੈਂਡੀਡੇਟ ਵੀ ਖੜਾ ਕੀਤਾ ਸੀ ਉਹਦੇ ਖਿਲਾਫ। ਉਸ ਵੇਲੇ ਨਹੀਂ ਸਿੱਧੂ ਮੂਸੇਵਾਲਾ ਚੇਤੇ ਆਏ ਜੀ। ਫਿਰ ਦੇਖੋ ਪੁਲਿਸ ਦੀ ਛਾਉਣੀ ਬਣਾ ਕੇ ਪਿੰਡ ਨੂੰ, ਜਿਸ ਤਰੀਕੇ ਨਾਲ ਕੋਈ ਅਬਦਾਲੀ ਆਉਂਦਾ ਹੁੰਦਾ ਉਸ ਤਰੀਕੇ ਨਾਲ ਭਗਵੰਤ ਮਾਨ ਆਇਆ ਉਹਨਾਂ ਦੇ ਘਰ। ਹਾਂਜੀ। ਅਫਸੋਸ ਕਰਨ ਗਿਆ ਸੀ। ਇਹਨੂੰ ਅਫਸੋਸ ਕਹਿੰਦੇ। ਮਤਲਬ ਜੇ ਉੱਥੇ ਪੁਲਿਸ ਇੰਨੀ ਨਾ ਹੁੰਦੀ ਤਾਂ ਮੇਰਾ ਖਿਆਲ ਹੈ ਵੀ ਉਹਨਾਂ ਨੇ ਘਰੋਂ ਕੱਢ ਦੇਣਾ ਸੀ। ਪਹਿਲਾਂ ਉਹਨਾਂ ਦਾ ਇੱਕ MLA ਗਿਆ ਸੀ, ਉਹਨੂੰ ਪਿੰਡ ਵਾਲਿਆਂ ਨੇ ਬਾਹਰ ਕੱਢ ਦਿੱਤਾ। ਹਾਂਜੀ। ਗੁੱਸਾ ਸੀ ਲੋਕਾਂ ਦੇ ਮਨ 'ਚ, ਲੋਕਾਂ ਨੂੰ ਗੁੱਸਾ ਸੀ ਵੀ ਤੁਸੀਂ ਇੱਕ ਪਾਸੇ ਦਾ ਸਿਕਿਉਰਿਟੀ ਵਿਦਡਰਾਅ ਕਰ ਰਹੇ ਆ ਜੀ, ਤੇ ਉਹ ਇੰਡੀਕੇਸ਼ਨਸ ਦੇ ਰਹੇ ਆ ਉਹਦੇ ਪਬਲਿਕ ਕਰਕੇ ਜੀ। ਪਬਲਿਕ ਕੀਤੀ ਉਹਨਾਂ ਨੇ, ਦੱਸਿਆ ਵੀ ਲੋਕਾਂ ਨੂੰ ਅਸੀਂ ਇਹਦੀ ਸਿਕਿਉਰਿਟੀ ਵਿਦਡਰਾਅ ਕਰਦੇ ਨਾ। ਉਹਨਾਂ ਦਾ ਸਪੈਸ਼ਲ ਮੈਂਸ਼ਨ ਕੀਤਾ ਗਿਆ ਸੀ, ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਸੀ। ਦੇਖੋ ਸਾਰੇ ਇੰਡੀਕੇਸ਼ਨਸ ਕੀਤੀਆਂ, ਫਿਰ ਤੁਸੀਂ ਪਖੰਡਬਾਜ਼ੀ ਕਰਨਾ ਹੈ ਜੀ। ਪਖੰਡਬਾਜ਼ੀ ਇਹ ਚੱਲ ਰਹੀ ਆ ਹੁਣ ਉੱਥੇ ਕਿ ਸਭ ਤੋਂ ਵੱਧ ਕਿਹੜੇ ਲੀਡਰ ਦੀਆਂ ਉਹਨਾਂ ਦੇ ਫਾਦਰ ਸਾਹਿਬ ਨਾਲ, ਉਹਨਾਂ ਦੀ ਮਦਰ ਦੇ ਨਾਲ ਫੋਟੋਜ਼ ਆਉਣ। ਇਹ ਹਰੇਕ ਥਾਂ ਤੇ ਹੁੰਦਾ। ਇਹ ਸਾਡੇ ਵੀ ਤੁਸੀਂ ਦੇਖੋ ਹਰੇਕ ਵੀਕਐਂਡ ਤੇ ਇੱਥੇ ਫਿਊਨਰਲਸ ਹੁੰਦੇ ਆ। ਜੇ ਕੋਈ ਕਿਸੇ ਦਾ ਫਿਊਨਰਲ, ਬਹੁਤੇ ਬੰਦੇ ਤਾਂ ਇਸ ਕਰਕੇ ਗਏ ਹੁੰਦੇ ਆ ਕਿ ਉਹਨਾਂ ਨੇ ਮੂੰਹ ਦਿਖਾ ਲੈਣਾ ਹੁੰਦਾ। ਮੈਂ ਕੁਛ MLAs ਨੂੰ ਜਾਣਦਾ, ਤੁਸੀਂ ਦੇਖਿਓ ਉਹ ਬੰਦਾ ਇੱਥੇ ਉਹ ਬੰਦੇ ਕੀ ਕਰਨਗੇ, ਫਿਊਨਰਲ ਹਾਲ 'ਚ ਜਾਣਗੇ, ਉਹਨਾਂ ਨੇ ਆਲੇ ਦੁਆਲੇ ਗੇੜਾ ਦੇਣਾ ਹੁੰਦਾ
ਇਦਾਂ ਦਾ ਪਹਿਲਵਾਨ ਨਹੀਂ ਦਿੰਦੇ ਛਿੰਝ ਦੇ ਵਿੱਚ ਗੇੜਾ। ਹਾਂਜੀ, ਉਹ ਗੇੜਾ ਇਸ ਕਰਕੇ ਦਿੰਦੇ ਕਿ ਸਾਨੂੰ ਦੇਖ ਲੈਣ ਲੋਕੀ ਵੀ ਅਸੀਂ ਵੀ ਆਏ ਹਾਂ। ਇਹ ਨਹੀਂ ਵੀ ਉਹਨਾਂ ਨੇ ਸਿੰਪਥੀ ਜ਼ਾਹਰ ਕਰਨੀ ਹੈ, ਉਹਨਾਂ ਨਾਲ ਹਮਦਰਦੀ, ਪਰਿਵਾਰ ਦੇ ਨਾਲ ਬੈਠਣਾ, ਉਹਨਾਂ ਨੂੰ ਦਰਦ ਹੋਇਆ ਇਸ ਗੱਲ ਦਾ, ਉਹ ਦਿਖਾਲਣ ਲਈ ਜਾਣਾ ਹੁੰਦਾ ਵੀ ਮੈਂ ਇੱਥੇ ਆਇਆ ਹਾਂ, ਮੈਂ MP ਹਾਂ, ਮੈਂ ਵੀ ਇੱਥੇ ਆਇਆ ਹਾਂ। ਫਿਰ ਉਹ ਇੱਕ ਸਾਡੇ ਪਹਿਲਾਂ MP ਹੁੰਦਾ ਸੀ ਇੱਥੇ, ਉਹ ਖਾਸ ਤੌਰ 'ਤੇ ਨਾਂ ਲਿਖਾਉਣ ਜਾਂਦਾ ਹੁੰਦਾ ਸੀ। ਜੇ ਵਿਆਹ 'ਤੇ ਜਾਵੇ ਜਾਂ ਫਿਊਨਰਲ 'ਤੇ ਜਾਵੇ, ਉਹਨੇ ਇੱਕ ਬੰਦਾ ਨਾਲ ਰੱਖਣਾ, ਉਹ ਨਾਂ ਲਿਖਾਉਣ ਜਾਣਾ ਵੀ ਉਹਨੂੰ 5 ਮਿੰਟ 2 ਮਿੰਟ ਜ਼ਰੂਰ ਦਿਓ ਹਰੇਕ ਥਾਂ 'ਤੇ ਬੋਲਣ ਨੂੰ। ਉਹਦਾ ਮਤਲਬ ਹੁੰਦਾ ਸੀ ਵੀ ਮੈਂ ਆਇਆ ਹਾਂ, ਇਹਦੇ ਵਿੱਚ ਦਰਦ ਕੋਈ ਨਹੀਂ ਆ, ਮੈਂ ਆਇਆ ਹਾਂ ਵੀ ਆਪਣੀ ਲੋਕਾਂ ਨੂੰ ਦਿਖਾਲਣ ਲਈ। ਕਿਸੇ ਵੀ ਜਗ੍ਹਾ 'ਤੇ ਮੈਂ ਗਿਆ ਹਾਂ ਅਤੇ ਲੋਕਾਂ ਨੂੰ ਦਿਖਾਲਣਾ। ਆਹੇ ਹਾਲਾਤ ਉੱਥੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਹੋ ਰਹੀ ਹੈ। ਉਹ ਵਿਚਾਰੇ ਦੁੱਖ ਦਰਦ ਦੇ ਵਿੱਚ ਬੈਠੇ ਆ। ਹਾਂਜੀ, ਸਭ ਤੋਂ ਵੱਡਾ ਦੁੱਖ ਪੇਰੈਂਟਸ ਨੂੰ ਉਹ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਉਹਨਾਂ ਦੇ ਹੱਥੀਂ, ਆਪਣੇ ਫਾਦਰ ਨੂੰ ਤੁਸੀਂ ਸੋਚ ਸਕਦੇ ਕਦੇ ਕਿ ਇੱਕ ਫਾਦਰ ਦੇ ਮੋਢਿਆਂ 'ਤੇ ਅਰਥੀ ਹੋਵੇ ਉਹਦੇ ਬੱਚੇ ਦੀ। ਇੱਕ ਮਾਂ ਨੂੰ ਖਾਸ ਤੌਰ 'ਤੇ ਉਹਨੇ ਆਪਣੇ ਜੰਮਿਆ ਜਾਇਆ ਤਾਂ ਉਹਦੇ ਆਪਣੇ ਪੁੱਤ ਦੀ ਚਿਤਾ ਦੇਖਦੀ ਹੋਵੇ। ਇਹਦੇ ਨਾਲ ਇਹਨਾਂ ਨੂੰ ਕੋਈ ਸਿੰਪਥੀ ਨਹੀਂ, ਇਹਦੇ ਨਾਲ ਨਾ ਰਾਹੁਲ ਗਾਂਧੀ ਨੂੰ ਤੇ ਨਾ ਹੀ ਕਿਸੇ ਹੋਰ ਲੀਡਰ ਨੂੰ। ਪਰ ਸਭ ਤੋਂ ਭੈੜੀ ਗੱਲ ਮੈਨੂੰ ਲੱਗੀ ਭਗਵੰਤ ਮਾਨ ਦੀ ਜੀ, ਕਿ ਉਹ ਜਿਸ ਤਰੀਕੇ ਨਾਲ ਅਹਿਮਦ ਸ਼ਾਹ ਅਬਦਾਲੀ ਬਣ ਕੇ ਗਿਆ ਉੱਥੇ ਹੈ ਨਾ, ਉਹ ਬਹੁਤ ਹੀ ਆਪਣੇ ਸਾਡੇ ਸਦਾਚਾਰ ਦੇ ਵਿੱਚ ਇਹ ਗੱਲ ਹੈ ਨਹੀਂ ਜੀ। ਲੀਡਰ ਸਾਰੇ ਹੀ ਆਉਂਦੇ ਆ, ਪਰ ਇਹ ਤੁਸੀਂ ਅਰਵਿੰਦ ਕੇਜਰੀਵਾਲ ਦੇ ਕਹੇ ਤੇ ਆਏ ਆ ਪੁਲਿਸ ਦੇ ਜ਼ੋਰ ਨਾਲ, ਇਹ ਗੱਲ ਗਲਤ ਹੈ। ਹਾਂਜੀ ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਖਬਰਾਂ ਵੱਲ। ਡੇਅਰੀ ਫਾਰਮਰਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਦੁੱਧ ਦੀਆਂ ਕੀਮਤਾਂ ਨੇ ਇੱਕ ਵਾਰ ਫੇਰ ਤੋਂ ਇਹਦੇ ਵਿੱਚ ਵਾਧਾ ਹੋਣਾ ਚਾਹੀਦਾ। ਇੰਡਸਟਰੀ ਲੌਬੀ ਗਰੁੱਪ ਦਾ ਕਹਿਣਾ ਹੈ ਕਿ ਦੁੱਧ ਪੈਦਾ ਕਰਨ ਦੇ ਲਈ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਉਹਨਾਂ ਦੀਆਂ ਕੀਮਤਾਂ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਵਾਧਾ ਦੇਖਣ ਨੂੰ ਵੀ ਮਿਲੂਗਾ। ਤੁਸੀਂ ਇਸ ਰਿਪੋਰਟ ਨੂੰ ਕਿਵੇਂ ਦੇਖਦੇ ਹੋ? ਦੇਖੋ, ਇੱਕ ਪਾਸੇ ਤਾਂ ਇਹ ਗੱਲ ਠੀਕ ਹੈ ਕਿ ਜਿਹੜੀ ਵੀ ਇਨਪੁਟ ਹੈ ਉਹਦੀਆਂ ਕੀਮਤਾਂ ਵਧੀਆਂ ਹੈ। ਹੁਣ ਇਨਪੁਟ ਤਾਂ ਬਹੁਤ ਚੀਜ਼ਾਂ ਦੀ ਵਧੀ ਹੈ। ਇਹਨਾਂ ਦੇ ਕੋਲ ਇੱਕ ਕੋਆਪ ਆ, ਡੇਅਰੀ ਫਾਰਮਰਸ ਆਫ ਕੈਨੇਡਾ ਦੇ ਕੋਲ, ਜਿਹੜੇ ਇਕੱਠੇ ਹੋ ਕੇ ਐਕਸ਼ਨ ਲੈ ਲੈਂਦੇ। ਜੇ ਇੱਥੇ ਫ੍ਰੀ ਐਂਟਰਪ੍ਰਾਈਜ਼ ਸਿਸਟਮ ਹੋਵੇ ਤਾਂ ਇੱਕ ਦੂਜੇ ਨਾਲ ਕੰਪੀਟੀਸ਼ਨ ਕਰਨ, ਹਾਂਜੀ, ਤੇ ਫਿਰ ਤੁਹਾਨੂੰ ਕੈਨੇਡਾ ਦੇ ਵਿੱਚ ਦੁੱਧ ਸਸਤਾ ਮਿਲੇ ਜੀ। ਹੁਣ ਦੁੱਧ ਲੋਕੀ ਲੈਣ ਜਾਂਦੇ ਸੀ ਪਹਿਲਾਂ, ਤਾਂ ਹੁਣ ਕਿਉਂਕਿ ਕੋਵਿਡ ਦਾ ਕਰਕੇ ਘਟ ਗਏ ਲੋਕੀ। ਪਹਿਲਾਂ ਤਾਂ ਯੂਐਸ ਤੋਂ ਲੈ ਕੇ ਆਉਂਦੇ ਸੀ। ਲੋਕਾਂ ਦੇ ਕੋਲ ਹੋਰ ਕੁਝ ਹੁੰਦਾ ਨਹੀਂ ਸੀ, ਤਾਂ ਇੱਕ ਬਟਰ ਹੁੰਦਾ ਸੀ ਤਾਂ ਦੂਜਾ ਦੁੱਧ ਜ਼ਰੂਰ ਹੁੰਦਾ ਸੀ। ਹਾਂਜੀ, ਤੇ ਉਹ ਇਸੇ ਕਰਕੇ ਜਾਂਦੇ ਸੀ ਕਿ ਯੂਐਸ ਦੇ ਵਿੱਚ ਥੋੜਾ ਜਿਹਾ ਸਸਤਾ ਪੈਂਦਾ ਹੈ। ਸਾਡੇ ਇੱਕ ਤਾਂ ਕੀਮਤਾਂ ਜ਼ਿਆਦਾ ਆ, ਦੂਸਰੀ ਵੱਡੀ ਗੱਲ ਇਹ ਹੈ ਕਿ ਸਾਡੀ ਜਿਹੜੀ ਹੈਲਥ ਨੇ ਰੈਗੂਲੇਸ਼ਨਸ ਲਾਏ ਨਾ ਦੁੱਧ ਤੇ, ਹਾਂਜੀ, ਸਭ ਤੋਂ ਪਹਿਲਾਂ ਤਾਂ ਇਹਨੂੰ ਪਾਸਚਰਾਈਜ਼ ਕਰਦੇ। ਸਾਡੇ ਅਨਪਾਸਚਰਾਈਜ਼ਡ ਮਿਲਕ ਨਹੀਂ ਮਿਲਦਾ ਜੀ। ਵਾਸ਼ਿੰਗਟਨ ਸਟੇਟ ਦੇ ਵਿੱਚ ਅਜੇ ਵੀ ਤੁਹਾਨੂੰ ਚੁਆਇਸ ਹੈ। ਡੇਅਰੀ ਫਾਰਮਰਸ ਜਿਹੜੇ ਸਾਰਿਆਂ ਨੂੰ ਪਾਸਚਰਾਈਜ਼ਡ ਮਿਲਕ ਨਹੀਂ ਦੇਣਾ ਪੈਂਦਾ। ਹੁਣ ਪਾਸਚਰਾਈਜ਼ੇਸ਼ਨ ਦਾ ਜਿਹੜਾ ਮੈਥਡ ਆ ਨਾ, ਉਹ ਹੈਗਾ ਕਿ ਪਹਿਲਾਂ ਵੀ ਚਿੱਲ ਕਰਦੇ ਆ ਉਹਨੂੰ, ਠੰਡਾ, ਬਹੁਤ ਹੀ ਠੰਡਾ ਕਰਦੇ ਦੁੱਧ ਨੂੰ, ਹਾਂਜੀ, ਫਿਰ ਇੱਕਦਮ 161 ਡਿਗਰੀ ਫਾਰਨਹਾਈਟ ਤੇ ਉਹਨੂੰ ਰੱਖਦੇ ਆ, ਜਿਹੜਾ ਕਿ ਸੈਲਸੀਅਸ ਦੇ ਵਿੱਚ ਮੇਰਾ ਖਿਆਲ ਕਿੰਨਾ 9/5 ਤੇ 72 ਸੈਲਸੀਅਸ ਪੈਂਦਾ ਜੀ। ਤੇ ਫਿਰ ਉਹਨੂੰ ਉਸ ਟੈਂਪਰੇਚਰ ਤੇ 15 ਸਕਿੰਟ ਜ਼ਰੂਰ ਰੱਖਦੇ ਘੱਟੋ ਘੱਟ, ਤੇ ਫਿਰ ਉਹਨੂੰ 39 ਤੇ ਮਤਲਬ 39 ਡਿਗਰੀ ਫਾਰਨਹਾਈਟ ਤੇ ਲਿਆਉਂਦੇ ਆ, ਤੇ ਜਿਹੜਾ ਕਿ 4 ਡਿਗਰੀ ਸੈਲਸੀਅਸ ਹੁੰਦਾ। ਹਾਂਜੀ, ਹੁਣ ਇਹਦੇ ਜਿਹੜੇ ਫਾਇਦੇ ਗਿਣਦੇ ਆ ਕੈਮਿਸਟ ਨਾ, ਉਹ ਤਾਂ ਕਹਿੰਦੇ ਕਿ ਇਹਦੇ ਨਾਲ ਬੈਕਟੀਰੀਆ ਖਤਮ ਹੋ ਜਾਂਦਾ ਹੈ। ਪਰ ਜਿਹੜੇ ਇਹਦੇ ਖਿਲਾਫ ਹੈ ਲੋਕੀ, ਜਿਹੜੇ ਕਹਿੰਦੇ ਕਿ ਇਹ ਗੱਲ ਗਲਤ ਹੈ, ਲੋਕ ਜਿੱਦਾਂ ਨੈਚੁਰਲ ਫੂਡ ਹੁੰਦਾ ਆ ਵੈਸੇ ਦੇਣਾ ਚਾਹੀਦਾ, ਨੈਚੁਰਲ ਮਿਲਕ। ਲੋਕੀ ਪਹਿਲੀ ਵਾਰੀ ਜਿਸ ਬੰਦੇ ਨੇ ਐਡਵੋਕੇਟ ਕੀਤਾ ਸੀ ਨਾ ਵੀ ਸਾਰਾ ਦੁੱਧ ਜਿਹੜਾ ਆ ਵਿੱਚੋਂ ਪੈਸਚਰਾਈਜ਼ ਕਰਕੇ, 1886 ਵਿੱਚ ਜਰਮਨ ਕੈਮਿਸਟ ਨੇ ਕਿਹਾ ਸੀ ਸਰਕਾਰ ਨੂੰ ਕਿ ਤੁਸੀਂ ਪੈਸਚਰਾਈਜ਼ ਕਰਕੇ ਦੁੱਧ ਦਿਆ ਕਰੋ ਜੀ।
ਇਹਦੇ ਵਿੱਚ ਫਿਰ ਉਹਨੇ ਵੱਡੀ ਗੱਲ ਇਹੀ ਕਹੀ ਸੀ ਕਿ ਬੈਕਟੀਰੀਆ ਮਰ ਜਾਂਦਾ, ਉਹਨਾਂ ਫਿਰ ਸਿਕਨੈਸ ਨਹੀਂ ਆਉਂਦੀ। ਪਰ ਕੁਝ ਮਾਹਰਾਂ ਦਾ ਕਹਿਣਾ ਕਿ ਨੁਕਸਾਨਦੇਹ ਆ ਸਾਡੇ ਲਈ। ਉਹਨਾਂ ਮਾਹਰਾਂ ਦਾ ਇਹ ਆਰਗੂਮੈਂਟ ਆ ਕਿ ਜਿਹੜੇ ਅਸਲੀ ਐਂਜ਼ਾਈਮ ਹੁੰਦੇ ਆ, ਹਾਂਜੀ, ਮਿਨਰਲਸ ਹੁੰਦੇ ਆ, ਵਿਟਾਮਿਨ ਕਈ ਹੁੰਦੇ ਆ, ਉਹ ਵੀ ਖਤਮ ਹੋ ਜਾਂਦੇ ਨਾਲ। ਹਾਂਜੀ। ਅੱਛਾ, ਫਿਰ ਸਾਰਾ ਬੈਕਟੀਰੀਆ ਸਾਰਾ ਮਾੜਾ ਨਹੀਂ ਹੁੰਦਾ ਜੀ। ਇੱਕ ਗੁੱਡ ਬੈਕਟੀਰੀਆ ਵੀ ਹੈ ਜਿਹਨੂੰ ਸਾਡਾ ਗਟਸ ਨੂੰ ਗੁੱਡ, ਅਸੀਂ ਪ੍ਰੋਬਾਇਓਟਿਕ ਖਾਂਦੇ ਨੇ, ਹਾਂਜੀ, ਆਪਣੇ ਕਹਿੰਦੇ ਹੁੰਦੇ ਆ ਵੀ ਯੋਗਰਟ, ਖਾਸ ਤੌਰ ਤੇ ਦਹੀਂ ਜੀ। ਫਿਰ ਕਿਮਚੀ ਜਿਹੜੀ ਸਾਵਰ ਕਰਾਫਟ ਆ, ਜਰਮਨਸ ਬਣਾਉਂਦੇ ਆ। ਇਹ ਜਿਹੜੀ ਬੰਦ ਗੋਭੀ ਆ ਉਹਨੂੰ ਜਿੱਦਾਂ ਅਸੀਂ ਬਣਾਉਂਦੇ ਅਚਾਰ ਬਣਾਉਂਦੇ ਆ ਜਿੱਦਾਂ, ਹਾਂਜੀ, ਉਹਨੂੰ ਫਰਮੈਂਟੇਸ਼ਨ ਜਦੋਂ ਕਰਦੇ ਆ ਜੀ। ਕਿਮਚੀ ਨੂੰ ਇਹ ਸਾਊਥ ਕੋਰੀਅਨ ਬਣਾਉਂਦੇ ਆ, ਉਹਨੂੰ ਵੀ ਫਰਮੈਂਟੇਸ਼ਨ ਹੀ ਹੁੰਦੀ ਉਹਦੀ ਪ੍ਰੋਸੈਸ। ਜਿੱਦਾਂ ਅਸੀਂ ਅਚਾਰ ਬਣਾਉਣੇ ਇੱਦਾਂ ਹੀ ਬਿਲਕੁਲ ਉਹੀ ਪ੍ਰੋਸੈਸ ਹੈ ਅਚਾਰ ਬਣਾਉਣ ਵਾਲੀ, ਹਾਂਜੀ। ਪਰ ਉਹਦੇ ਵਿੱਚ ਜਿਹੜੀ ਕੈਮੀਕਲ ਬਣਦੀ ਆ ਨਾ, ਉਹ ਫਰਮੈਂਟੇਸ਼ਨ ਦੇ ਨਾਲ ਜਿਹੜਾ ਬੈਕਟੀਰੀਆ ਬਣਦਾ ਹੈ, ਅੱਛਾ, ਉਹ ਬੈਕਟੀਰੀਆ ਜਿਹੜਾ ਇਹ ਖਤਮ ਕਰ ਦਿੰਦਾ। ਪਾਸਚਰਾਈਜੇਸ਼ਨ ਜਿਹੜੀ ਜੀ, ਉਹ ਚੰਗੀ ਚੀਜ਼ ਜਿਹੜੀ ਖਤਮ ਕਰ। ਤੁਸੀਂ ਦੇਖੋ ਹਜ਼ਾਰਾਂ ਸਾਲਾਂ ਦੇ ਲੋਕੀ ਦੁੱਧ ਪੀਂਦੇ ਸੀ, ਹਾਂਜੀ, ਤੇ 1895 ਚ ਪਹਿਲੀ ਵਾਰ ਇਹਨਾਂ ਨੇ ਮਾਰਕੀਟ ਦੇ ਵਿੱਚ ਭੇਜਿਆ ਪਾਸਚਰਾਈਜ਼ ਕਰਕੇ ਦੁੱਧ। ਸੋ 1895 ਤੋਂ ਬਾਅਦ ਹੀ ਲੋਕੀ ਬਿਮਾਰ ਹੋਣਾ ਸ਼ੁਰੂ ਹੋਏ, ਹਾਂਜੀ। ਪਹਿਲਾਂ ਹਜ਼ਾਰਾਂ ਸਾਲ ਬਿਮਾਰ ਹੀ ਨਹੀਂ ਹੋਏ। ਇਹ ਸੋਚਣ ਵਾਲੀ ਗੱਲ ਹੈ ਵੀ ਅਸੀਂ ਇੰਨੇ ਕਮਜ਼ੋਰ ਹੋ ਗਏ। ਅਸੀਂ ਇੰਡੀਆ ਦੇ ਵਿੱਚ ਜਦੋਂ ਖਾਂਦੇ ਦੁੱਧ ਪੀਂਦੇ ਹੁੰਦੇ ਸੀ, ਅਨਪਾਸਚਰਾਈਜ਼ ਦੂਜਾ ਹੀ ਪੀਂਦੇ ਸੀ ਦੁੱਧ, ਹਾਂਜੀ। ਕੋਈ ਮਾਰਕੀਟ ਚੋਂ ਲੈ ਕੇ ਤਾਂ ਪੀਂਦੇ ਹੀ ਨਹੀਂ ਸੀ। ਘਰ ਦੀ ਮੱਝ ਦਾ ਦੁੱਧ ਹੁੰਦਾ ਸੀ ਜੀ, ਤੇ ਉਹਨਾਂ ਅਸੀਂ ਤਾਂ ਬਿਮਾਰ ਹੋਏ ਨਹੀਂ। ਤੇ ਮਾਹਰ ਜਿਹੜੇ ਇਹਦੇ ਖਿਲਾਫ ਆ ਪੈਸਚਰਾਈਜੇਸ਼ਨ ਦੇ, ਉਹ ਕਹਿੰਦੇ ਕਿ ਦੇਖੋ ਇਹਨਾਂ ਲੋਕਾਂ ਦੀ ਇਮਿਊਨਿਟੀ ਚੰਗੀ ਆ, ਜਿਹੜੇ ਨੈਚੁਰਲ ਦੁੱਧ ਪੀਂਦੇ ਆ ਉਹਨਾਂ ਦੀ ਇਮਿਊਨਿਟੀ ਚੰਗੀ ਆ, ਔਰ ਉਹਨਾਂ ਨੂੰ ਜਿੰਨੇ ਵੀ ਬੈਨੀਫਿਟ ਦੁੱਧ ਦੇ ਹੋਣੇ ਚਾਹੀਦੇ ਉਹ ਸਾਰੇ ਹੀ ਆ, ਹਾਂਜੀ। ਇਹ ਇੱਥੇ ਇੱਕ ਤਾਂ ਦੁੱਧ ਦੀਆਂ ਕੀਮਤਾਂ ਜ਼ਿਆਦਾ ਆ, ਦੂਜਾ ਹੈਲਥ ਵਾਲਿਆਂ ਦੀਆਂ ਰੈਗੂਲੇਸ਼ਨਸ ਇੰਨੇ ਆ ਨਾ ਜੀ। ਵਿਟਾਮਿਨ ਡੀ ਐਡ ਕਰੋ। ਵਿਟਾਮਿਨ ਡੀ ਜਿਹੜਾ ਵੈਸੇ ਤਾਂ ਠੀਕ ਹੈ ਗੱਲ ਉਹਨਾਂ ਦੀ, ਤੁਸੀਂ ਆਪ ਹੀ ਖਾ ਲਓ ਜੇ ਨਹੀਂ ਤੁਹਾਡੇ ਤੋਂ ਪੂਰਾ ਹੁੰਦਾ, ਕਿਉਂਕਿ ਸਾਡੇ ਇੱਥੇ ਧੁੱਪ ਨਹੀਂ ਨਿਕਲਦੀ। ਹੁਣ ਧੁੱਪ ਦੇ ਵਿੱਚ ਜਿਹੜੀ ਯੂਵੀ ਰੇਜ਼ ਆ, ਅਲਟਰਾ ਵਾਇਲਟ ਰੇਜ਼ ਆ, ਉਹ ਜਦੋਂ ਸਾਡੇ ਬਾਡੀ ਤੇ ਲੱਗਦੀ ਆ, ਬਾਡੀ ਦੇ ਵਿੱਚ ਜਿਹੜੀ ਸਾਡੀ ਫੈਟ ਆ ਉਹਦੇ ਨਾਲ ਫਿਰ ਵਿਟਾਮਿਨ ਡੀ ਪੈਦਾ ਹੁੰਦਾ ਜੀ, ਜਿਹੜਾ ਸਾਡੀ ਇਮਿਊਨਿਟੀ ਲਈ ਕੰਮ ਆਉਂਦਾ। ਤੇ ਇਹ ਇੱਕ ਪਾਸੇ ਇਹਨਾਂ ਨੇ ਤੋਰੀਆਂ ਆ, ਤੁਸੀਂ ਧੁੱਪੇ ਜਾਂਦੇ ਤਾਂ ਸਨ ਸਕਰੀਨ ਲਾ ਕੇ ਜਾਓ, ਹਾਂਜੀ। ਸਨ ਸਕਰੀਨ ਜਿਹੜੀ ਯੂਵੀ ਰੇਜ਼ ਨੂੰ ਬੰਦ ਕਰ ਦਿੰਦੀ ਆ ਆਉਣੋਂ ਜੀ, ਜਿਹੜੀ ਐਕਚੁਅਲੀ ਵਿਟਾਮਿਨ ਡੀ ਬਣਾਉਂਦੀ ਹੈ, ਹਾਂਜੀ। ਸੋ ਇੱਕ ਪਾਸੇ ਤਾਂ ਉਹ ਸਨ ਤੇ ਅਸੀਂ ਤਾਂ ਬਾਹਰ ਬੈਠਣਾ ਚਾਹੁੰਦੇ ਹਾਂ ਕਿ ਇਹਦਾ ਫਾਇਦਾ ਹੋਵੇ, ਦੂਸਰੇ ਪਾਸੇ ਯੂਵੀ ਉਹਨੂੰ ਰੋਕਣ ਲਈ ਸਨ ਸਕਰੀਨ ਲਾਉਣ ਨੂੰ ਲੋਕਾਂ ਨੂੰ ਕਹੀ ਜਾਂਦੇ ਆ। ਕਈ ਬੰਦਿਆਂ ਨੇ ਹੁਣ ਸਟੱਡੀਜ਼ ਕੀਤੀਆਂ ਐਕਚੁਅਲੀ ਸਨ ਸਕਰੀਨ ਤੇ, ਉਹ ਕਹਿੰਦੇ ਕੈਂਸਰ ਹੀ ਉਹਨਾਂ ਨੂੰ ਹੁੰਦੀ ਜਿਨ੍ਹਾਂ ਨੇ ਸਨ ਸਕਰੀਨ ਲਾਈ ਹੁੰਦੀ। ਜਿਹੜੇ ਸਾਡੇ ਵਰਗੇ ਆ ਥੋੜ੍ਹੇ ਜਿਹਾ ਰੰਗ ਹੋਰ ਤਰ੍ਹਾਂ ਦਾ ਹੈ, ਸਾਨੂੰ ਲੱਗਦਾ ਹੈ ਕੋਈ 45 ਮਿੰਟ ਧੁੱਪੇ ਬੈਠ ਕੇ, ਜੇ ਤੁਸੀਂ ਨੰਗੇ ਸਿਰ ਬੈਠਦੇ ਆ, ਹਾਂਜੀ, ਸਿਰ ਦੇ ਵਿੱਚ ਸਭ ਤੋਂ ਜ਼ਿਆਦਾ ਫੈਟ ਹੁੰਦੀ ਹੈ, ਤੇ ਇੱਥੋਂ ਜ਼ਿਆਦਾ ਫਿਰ ਵਿਟਾਮਿਨ ਡੀ ਵੀ ਬਣਦਾ, ਹਾਂਜੀ। ਤੇ ਤੁਸੀਂ 45 ਮਿੰਟ ਕਹਿੰਦੇ ਹੋ, ਸਾਡੇ ਵਰਗੇ ਬੰਦਿਆਂ ਨੂੰ ਕਹਿੰਦੇ 45 ਮਿੰਟ ਘੱਟੋ ਘੱਟ ਬੈਠੋ, ਜੋ ਧੁੱਪ ਸਿਖਰਾਂ ਤੇ ਹੋਵੇ ਦੁਪਹਿਰੇ ਦਿਨ ਦੇ, ਹਾਂਜੀ। ਗੋਰਿਆਂ ਨੂੰ ਥੋੜਾ ਜਿਹਾ ਘੱਟ ਬੈਠਣਾ ਪੈਂਦਾ ਹੈ, ਇਹ ਤਾਂ ਸੜ ਜਾਂਦੇ ਆ 10 ਮਿੰਟਾਂ ਜੀ, ਹਾਂਜੀ। ਉਹ ਮੈਨੂੰ ਯਾਦ ਆ ਗਈ ਕਵਿਤਾ, ਇੱਕ ਸਾਊਥ ਅਫਰੀਕਾ ਦੇ ਵਿੱਚ ਇੱਕ ਸਿਸਟਮ ਹੁੰਦਾ ਸੀ ਅਪਾਰਥਾਈਡ, ਜਿਹਦੇ ਵਿੱਚ ਰੰਗ ਦੇ ਆਧਾਰ ਨਾਲ ਤੁਹਾਨੂੰ ਆਇਡੈਂਟੀ ਕਾਰਡ ਦਿੱਤੇ ਜਾਂਦੇ ਸੀ। ਵਾਈਟ ਬੰਦਿਆਂ ਲਈ ਵਾਈਟ ਤੇ ਦੂਸਰਿਆਂ ਲਈ ਲਿਖਿਆ ਹੁੰਦਾ ਸੀ ਕਲਰਡ, ਉਹਨਾਂ ਦੇ ਆਈਡੀ ਤੇ ਕਲਰਡ, ਕਾਲਾ ਜਾਂ ਸਾਡੇ ਵਰਗਾ ਬਰਾਊਨ ਹੋਵੇ। ਤਾਂ ਸਟੀਫਨ ਬੀਕੋ ਇੱਕ ਕਾਲਾ ਰਾਈਟਰ ਹੁੰਦਾ ਸੀ, ਕਵਿਤਾ ਲਿਖਦਾ ਹੁੰਦਾ ਸੀ। ਉਹ ਕਹਿੰਦਾ ਵੀ ਕਮਾਲ ਦੀ ਗੱਲ ਤਾਂ ਇਹ ਆ, ਦੇਖੋ ਜਿਹੜੇ ਬੰਦੇ ਠੰਡ ਹੁੰਦੀ ਤਾਂ ਚਿੱਟੇ ਹੋ ਜਾਂਦੇ, ਗਰਮੀ 'ਚ ਬਾਹਰ ਖੜੇ ਹੁੰਦੇ ਤਾਂ ਲਾਲ ਹੋ ਜਾਂਦੇ, ਜੇ ਇਹਨਾਂ ਨੂੰ ਕੋਈ ਕਮਜ਼ੋਰੀ ਆਉਂਦੀ ਤਾਂ ਇਹ ਪੀਲੇ ਹੋ ਜਾਂਦੇ। ਮੈਂ ਕਹਿੰਦਾ ਕਾਲਾ ਆ, ਮੈਂ ਠੰਡ 'ਚ ਵੀ ਕਾਲਾ ਆ, ਮੈਂ ਧੁੱਪ 'ਚ ਵੀ ਕਾਲਾ ਆ, ਮੈਂ ਕਮਜ਼ੋਰ ਹੋ ਜਾਵਾਂ ਤਾਂ ਵੀ ਕਾਲਾ ਆ, ਮੈਂ ਤਕੜਾ ਹੋ ਜਾਵਾਂ ਤਾਂ ਵੀ ਕਾਲਾ ਆ, ਮੈਨੂੰ ਕਹਿੰਦਾ ਕਲਰਡ ਕਹਿੰਦੇ ਆ, ਹਾਂਜੀ।
ਹੱਦ ਕਹਿੰਦਾ ਦੇਖੋ ਇਹਨਾਂ ਦੀ। ਇਹ ਮੈਨੂੰ ਕਵਿਤਾ ਯਾਦ ਆ ਗਿਆ ਗੱਲ ਕਰਦਿਆਂ ਤੇ ਧੁੱਪ ਦੀ ਗੱਲ ਕਰਦੇ ਸੀ ਅਸੀਂ। ਹਾਂਜੀ। ਪਰ ਜਿਹੜੀ ਪੈਸਚਰਾਈਜੇਸ਼ਨ ਹੈ ਇਹਦੀ ਚੁਆਇਸ ਤਾਂ ਦਿਓ ਨਾ ਲੋਕਾਂ ਨੂੰ। ਜੀ ਬਿਲਕੁਲ। ਚਲੋ ਠੀਕ ਹੈ, ਤੁਸੀਂ ਹੈਲਥ ਅਥਾਰਟੀਜ਼ ਨੇ ਕਰ ਦਿੱਤਾ। ਇੱਕ ਜ਼ਮਾਨਾ ਹੁੰਦਾ ਸੀ ਜਦੋਂ ਜੌਨ ਸਟੂਅਰਟ ਮਿਲ ਕਹਿੰਦੇ ਹੁੰਦੇ ਸੀ ਮੇਰੇ ਲਈ ਮੇਰੀ ਸਿਹਤ ਲਈ ਕੀ ਗੋਡਿਆ ਤਾਂ ਮੇਰੇ ਲਈ ਅਖਲਾਕੀ ਤੌਰ ਤੇ ਕੀ ਗੋਡਿਆ ਮੈਨੂੰ ਦੱਸਣ ਦੀ ਲੋੜ ਨਹੀਂ ਜੀ, ਮੈਂ ਆਪੇ ਹੀ ਚੂਜ਼ ਕਰੂੰਗਾ, ਮੇਰੀ ਚੁਆਇਸ ਹੋਣੀ ਚਾਹੀਦੀ ਹੈ ਜੀ। ਮੈਂ ਸੰਡੇ ਨੂੰ ਚਰਚ ਜਾਣਾ ਜਾਂ ਨਹੀਂ ਜਾਣਾ ਇਹ ਮੇਰੇ ਤੇ ਡਿਪੈਂਡ ਕਰਦਾ, ਮੈਂ ਦੁੱਧ ਪੀਣਾ ਜਾਂ ਨਹੀਂ ਪੀਣਾ ਇਹ ਮੇਰੇ ਤੇ ਡਿਪੈਂਡ ਕਰਦਾ। ਜੀ ਬਿਲਕੁਲ, ਮੈਨੂੰ ਦੱਸਣ ਦੀ ਲੋੜ ਨਹੀਂ। ਸੋ ਚਲੋ ਹੈਲਥ ਅਥਾਰਟੀਜ਼ ਨੇ ਇਹ ਕਹਿਣਾ ਤੁਹਾਡੀ ਸਿਹਤ ਲਈ ਆਹ ਗੁੱਡ ਹੈ, ਉਹਦੇ ਖਿਲਾਫ ਵੀ ਸਟੱਡੀਜ਼ ਇਹ ਕਹਿ ਰਹੀਆਂ ਵੀ ਇਹ ਸਾਡੀ ਸਿਹਤ ਦੇ ਖਿਲਾਫ ਹੈ ਐਕਚੁਅਲੀ। ਹਾਂਜੀ। ਅੱਛਾ, ਹੁਣ ਇਹਨਾਂ ਜਿਹੜੀਆਂ ਸਟੱਡੀਜ਼ ਇਹ ਕਹਿੰਦੀਆਂ ਤੁਹਾਡੇ ਲਈ ਗੁੱਡ ਆ ਉਹਨਾਂ ਦੀ ਤੁਸੀਂ ਮੰਨ ਲਈ ਹੈ, ਜਿਹੜੀਆਂ ਸਟੱਡੀਜ਼ ਇਹ ਕਹਿੰਦੀਆਂ ਵੀ ਇਹ ਸਾਡੇ ਲਈ ਨਹੀਂ ਚੰਗਾ ਉਹਨਾਂ ਨੂੰ ਤੁਸੀਂ ਇਗਨੋਰ ਕਰੀ ਜਾਂਦੇ ਜੀ। ਸੋ ਪਰ ਚੁਆਇਸ ਤਾਂ ਦੇ ਦਿਓ ਨਾ। ਵਾਸ਼ਿੰਗਟਨ ਸਟੇਟ ਦੇ ਵਿੱਚ ਚੁਆਇਸ ਹੈ। ਜੀ ਬਿਲਕੁਲ। ਜੇ ਕਿਸੇ ਨੇ ਪਾਸਚਰਾਈਜ਼ ਲੈਣਾ ਤਾਂ ਪਾਸਚਰਾਈਜ਼ ਲੈ ਲਵੇ, ਜੇ ਅਨਪਾਸਚਰਾਈਜ਼ ਲੈਣਾ ਤਾਂ ਅਨਪਾਸਚਰਾਈਜ਼ ਲੈ ਲਵੇ। ਇਹ ਉਹਨਾਂ ਨੇ ਹੁਣ ਰੈਗੂਲੇਸ਼ਨ ਜ਼ਰੂਰ ਲਾਏ ਆ, ਜਿਹੜੇ ਪਾਸਚਰਾਈਜ਼ ਨਹੀਂ ਕਰਦੇ ਨਾ ਉਹਨਾਂ ਤੇ ਰੈਗੂਲੇਸ਼ਨ ਜ਼ਿਆਦਾ ਹੀ ਲਾਏ ਆ। 2005 ਦੇ ਵਿੱਚ ਕਈ ਥੋੜਾ ਜਿਹਾ ਕੁਝ ਬੰਦੇ ਮਰ ਗਏ ਸੀ, ਪਤਾ ਨਹੀਂ ਉਹ ਦੁੱਧ ਪੀ ਕੇ ਮਰੇ, ਕਹਿੰਦੇ ਮੀਡੀਆ ਇਹ ਕਹਿੰਦਾ ਸੀ ਵੀ ਦੁੱਧ ਪੀ ਕੇ ਮਰ ਗਿਆ, ਪਰ ਹੋ ਸਕਦਾ ਉਹ ਹੌਟ ਡੌਗ ਖਾ ਕੇ ਮਰ ਗਿਆ ਜੀ, ਪਤਾ ਨਹੀਂ ਕੀ ਕਿਸ ਤਰੀਕੇ ਨਾਲ ਉਹਨਾਂ ਦੀ ਮੌਤ ਹੋਈ ਹੈ। ਉਦੋਂ ਬਾਅਦ ਇਹਨਾਂ ਨੇ ਥੋੜੀ ਜਿਹੀ ਸਖਤਾਈ ਕਰਤੀ। ਹਾਂਜੀ। ਪਰ ਅੱਜ ਤਾਈਂ ਸਟਿਲ ਉਹ ਚੁਆਇਸ ਜੋ ਉੱਥੇ ਹੈਗੀ ਹੈ। ਤੁਸੀਂ ਸਿਐਟਲ ਜਾਂਦੇ ਆ, ਜੇ ਅਨਪਾਸਚਰਾਈਜ਼ ਮਿਲਕ ਲੈਣਾ ਤਾਂ ਮਿਲ ਜਾਂਦਾ ਤੁਹਾਨੂੰ। ਜੀ ਬਿਲਕੁਲ ਡਾਕਟਰ ਸਾਹਿਬ, ਚੁਆਇਸ ਤਾਂ ਲੋਕਾਂ ਨੂੰ ਦੇਣੀ ਚਾਹੀਦੀ ਹੈ। ਵੈਸੇ ਵੀ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਜੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਤਾਂ ਜਿਹੜੇ ਲੋਕੀ ਉਹਨਾਂ ਤੋਂ ਅਫੋਰਡ ਨਹੀਂ ਹੁੰਦਾ ਉਹ ਇਹਦੇ ਸਬਸਟੀਟਿਊਟ ਵੀ ਲੱਭ ਰਹੇ ਹੈਗੇ ਆ। ਹੁਣ ਬਹੁਤ ਲੋਕੀ ਆ ਜਿਹੜੇ ਬਦਾਮਾਂ ਦਾ ਮਿਲਕ ਲੈਂਦੇ ਆ, ਜਿਹੜੀ ਇੱਕ ਓਟ ਮਿਲਕ ਹੁੰਦਾ ਹੈ ਉਹ ਲੈਂਦੇ ਆ। ਹਾਂਜੀ। ਉਹ ਦੂਸਰਾ ਇਹ ਦੁੱਧ ਦੇ ਵਿੱਚ ਇੱਕ ਜਿਹੜਾ ਪਾਸਚਰਾਈਜ਼ ਕਰਦੇ ਨਾ, ਕਿਉਂਕਿ ਇਹ 'ਚ ਜਿਹੜਾ ਕਈ ਤਾਤੇ ਦੇ ਵਿੱਚ ਮਰ ਜਾਂਦੇ ਆ, ਕਈ ਅਲਰਜਿਕ ਆ। ਕਹਿੰਦੇ ਜੀ ਇਮੇਜਿਨ ਵੀ ਇੱਥੇ ਬੱਚੇ ਜਿਹੜੇ ਆ ਅਲਰਜਿਕ ਆ, ਉਹ ਦੁੱਧ ਪੀ ਨਹੀਂ ਸਕਦੇ। ਹਾਂਜੀ। ਅਸੀਂ ਤਾਂ ਦੁੱਧ ਪੀਂਦੇ ਆ, ਅਸੀਂ ਤਾਂ ਦੁੱਧ ਅਸੀਂ ਪੜੇ ਹੀ ਦੁੱਧ ਨਾਲ, ਅਸੀਂ ਕਿਹੜੇ ਚਿਕਨ ਖਾਂਦੇ ਸੀ ਜੀ। ਦੁੱਧ ਘਿਓ ਇਹੀ ਗੱਲਾਂ ਕਰਦੇ ਹੁੰਦੇ, ਪਰ ਉਹ ਦੁੱਧ ਘਿਓ ਚੰਗਾ ਹੁੰਦਾ ਸੀ, ਅਨਪਾਸਚਰਾਈਜ਼ ਸੀ। ਜੀ ਬਿਲਕੁਲ। ਡਾਕਟਰ ਸਾਹਿਬ ਰੁੱਖ ਕਰਦੇ ਆ ਜੀ ਹੁਣ ਅਗਲੀ ਖਬਰ ਵੱਲ। ਆਪਾਂ ਗੱਲ ਕੀਤੀ ਸੀ ਥੋੜੇ ਦਿਨ ਪਹਿਲਾਂ ਕਿ BC ਦੇ ਵਿੱਚ ਜਿਹੜੀ ਡਰੱਗਸ ਦੀ ਡੀਕ੍ਰਿਮੀਨਲਾਈਜੇਸ਼ਨ ਹੋਈ ਆ ਕਿ 2.5 ਗ੍ਰਾਮ ਤੱਕ ਡਰੱਗ ਜਿਹੜੀ ਹੈਗੀ ਆ ਕੋਈ ਕੈਰੀ ਕਰਦਾ ਤਾਂ ਉਹਨੂੰ ਇਲੀਗਲ ਨਹੀਂ ਮੰਨਿਆ ਜਾਂਦਾ। ਪਰ ਹੁਣ ਮਾਹਰਾਂ ਦਾ ਇਹ ਕਹਿਣਾ ਵੀ ਇਹ ਕੋਈ ਸੋਲੂਸ਼ਨ ਨਹੀਂ ਹੈਗਾ। ਕੈਨੇਡਾ ਦੇ ਵਿੱਚ ਡਰੱਗ ਓਵਰਡੋਜ਼ ਦੇ ਨਾਲ ਹੋ ਰਹੀਆਂ ਮੌਤਾਂ ਦੀ ਜਿਹੜੀ ਦਰ ਹੈਗੀ ਆ ਉਹਦੇ ਵਿੱਚ ਕਾਫੀ ਜ਼ਿਆਦਾ ਵਾਧਾ ਦਰਜ ਕੀਤਾ ਗਿਆ। ਪਿਛਲੇ ਇੱਕ ਦਹਾਕੇ ਵਿੱਚ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਸਪਲਾਈ ਵੀ ਕਾਫੀ ਜ਼ਿਆਦਾ ਵਧੀ ਆ। ਹਾਲਾਤ ਬਦ ਤੋਂ ਬੱਤਰ ਹੋ ਗਏ ਆ। ਦੇਖੋ, ਜਿਹੜੀ ਅਸੀਂ ਪੋਰਚੁਗਲ ਦੀ ਉਦਾਹਰਨ ਲਈ ਸੀ ਮਿਸਾਲ ਦੇ ਤੌਰ ਤੇ, ਉੱਥੇ ਇੱਕ ਗੱਲ ਜਿਹੜੀ ਸਾਬਤ ਹੋਈ, ਜਿਹੜੀ ਜਿੱਦਾਂ BC ਗਵਰਨਮੈਂਟ ਢੰਡੂਰਾ ਪਿੱਟਣ ਲੱਗੀ ਵੀ ਇਹ ਸੋਲੂਸ਼ਨ ਹੈ, ਸੋਲੂਸ਼ਨ ਨਹੀਂ ਹੈ ਇਹ ਸੋਲੂਸ਼ਨ ਹੈਗਾ ਵੀ ਜੇ ਲੋਕਾਂ ਨੂੰ ਤੁਸੀਂ ਫੜ ਕੇ ਜੇਲ੍ਹ 'ਚ ਭੇਜੀ ਜਾਂਦੇ, ਉਹਨਾਂ ਦਾ ਕ੍ਰਿਮੀਨਲ ਰੈਕਡ ਬਣੀ ਜਾਂਦਾ ਬੱਚਿਆਂ ਦਾ, ਉਹ ਤੋਂ ਬਚਾਅ ਜ਼ਰੂਰ ਆ। ਹਾਂਜੀ। ਇੰਨਾ ਹੀ ਫਾਇਦਾ ਆ। ਨਾ ਤਾਂ ਡਰੱਗ ਹੀ ਘੱਟ ਹੋਈ ਆ ਉੱਥੇ ਤੇ ਨਾ ਹੀ ਮੌਤਾਂ ਘੱਟ ਹੋਈਆਂ। ਤੇ ਜਿਹੜੀ ਚੀਜ਼ ਤੇ ਜ਼ੋਰ ਪਾਉਣਾ ਚਾਹੀਦਾ ਉਹ ਤੇ ਇਹਨਾਂ ਨੇ ਆਪਣੇ ਸਿਆਸਤਦਾਨਾਂ ਨੇ, ਆਖਰਕਾਰ ਜੌਨ ਹੌਰਗਨ ਹੋਣੀ, ਉਹਨਾਂ ਨੇ ਤੁਹਾਡੀ ਅਟੈਂਸ਼ਨ ਇੱਥੋਂ ਹਟਾ ਕੇ ਇੱਥੇ ਕਰ ਦੇਣੀ। ਹਾਂਜੀ। ਇਹੀ PR ਹੈ ਜੀ। ਬਿਲਕੁਲ। ਅਟੈਂਸ਼ਨ ਤਾਂ ਸੀਗੀ ਇਹਨਾਂ ਤੇ ਕ੍ਰਿਟਿਸਿਜ਼ਮ ਕਰ ਰਿਹਾ ਵੀ ਤੁਸੀਂ ਬਾਹਰ ਬੈਠੇ ਰੌਲਾ ਪਾਉਂਦੇ ਹੁੰਦੇ ਸੀ ਵੀ ਸਾਡੇ ਤੋਂ ਰੀਹੈਬ ਸੈਂਟਰ ਹੈ ਨਹੀਂ, ਸਾਡੇ ਤੋਂ ਰੀਹੈਬ ਸੈਂਟਰ ਹੈ ਨਹੀਂ, ਹੁਣ ਵੀ ਹੈ ਨਹੀਂ। ਹਾਂਜੀ। ਫਿਰ ਪੈਸੇ ਲਾਓ ਤੁਸੀਂ ਉਸ ਚੀਜ਼ ਤੋਂ ਧਿਆਨ ਹਟਾਉਣ ਲਈ। ਇਹਨਾਂ ਨੇ ਉਹ ਤੋਂ ਧਿਆਨ ਹਟਾਉਣ ਲਈ ਇਹਨਾਂ ਨੇ ਕਰਤਾ ਵੀ ਲੀਗਲਾਈਜ਼ ਕਰ ਦਿਓ। ਫਿਰ ਲੀਗਲਾਈਜ਼ ਮਤਲਬ ਜੇ ਤੁਸੀਂ ਡੀਕ੍ਰਿਮੀਨਲਾਈਜ਼ ਕਰ ਦਿਓ ਜੀ, ਫਿਰ ਤਾਂ ਜੌਨ ਸਟੂਅਰਟ ਮਿਲ ਵਾਂਗੂ ਕਰੋ ਨਾ ਗੱਲ। ਬਿਲਕੁਲ ਹੀ। ਜੇ ਕਿਸੇ ਨੇ ਫੀਮ ਖਾਣੀ ਫੀਮ ਖਾਈ ਜਾਵੇ, ਜੇ ਕਿਸੇ ਨੇ ਡੋਡੇ ਪੀਣੇ ਡੋਡੇ ਪੀ ਜਾਵੇ, ਉਹਦੀ ਮਰਜ਼ੀ ਆ। ਬੰਦੇ ਦੀ ਸਿਹਤ ਆ, ਉਹਨੂੰ ਆਪਣਾ ਖਿਆਲ ਰੱਖਣਾ ਚਾਹੀਦਾ। ਹਾਂਜੀ। ਤੁਸੀਂ ਵਿੱਚ ਇੰਟਰਫੀਅਰ ਨਾ ਕਰੋ ਜੀ, ਕੁਛ ਨਾ ਕਰੋ
ਜੌਨ ਸਟੂਅਰਟ ਮਿਲ ਇਹੀ ਕਹਿੰਦਾ ਸੀ, ਕਹਿੰਦਾ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਨਰਕ ਨੂੰ ਜਾਣਾ, ਹੋ ਸਕਦਾ ਮੈਂ ਨਰਕ ਨੂੰ ਹੀ ਜਾਣਾ ਹੋਵੇ, ਮੈਂ ਸਵਰਗ ਨੂੰ ਜਾਣਾ ਹੀ ਨਹੀਂ। ਜੇ ਉਹ ਧਾਰਮਿਕ ਬੰਦਿਆਂ ਨਾਲ ਆਰਗੂਮੈਂਟ ਕਰਦਾ ਸੀ, ਉਹ ਕਹਿੰਦੇ ਸੀ ਵੀ ਤੂੰ ਸੰਡੇ ਜੇ ਚਰਚ ਨਹੀਂ ਜਾਣਾ ਤਾਂ ਤੂੰ ਨਰਕ ਨੂੰ ਜਾਊਂਗਾ। ਉਹ ਕਹਿੰਦਾ ਹੋ ਸਕਦਾ ਮੈਂ ਨਰਕ ਨੂੰ ਹੀ ਜਾਣਾ ਚਾਹੁੰਦਾ, ਮੈਂ ਤੁਹਾਡੇ ਜਾ ਕੇ ਪ੍ਰੀਸਟ ਦੇ ਲਾਗੇ ਕਿਉਂ ਬੈਠੂੰਗਾ ਸੰਡੇ ਵਾਲੇ ਜਿਹੜੇ ਜਾਂਦੇ ਆ ਚਰਚ ਵਾਲੇ, ਇਹ ਤਾਂ ਤੁਹਾਡੇ ਪ੍ਰੀਸਟ ਵਰਗੇ ਬੰਦੇ ਜਾਣ ਵਾਲੇ ਹੋਣੇ ਆ। ਕਹਿੰਦਾ ਮੈਂ ਇਹਨਾਂ ਦੇ ਲਾਗੇ ਕਰਨ ਕੇ ਬੈਠਣਾ ਕੀ ਕਰਨ, ਮੈਂ ਨਰਕ ਦਾ ਹੀ ਭਾਗੀ ਆ ਮੈਂ। ਅੱਛਾ, ਦੂਸਰੀ ਗੱਲ ਤੁਸੀਂ ਮੈਨੂੰ ਦੱਸਣ ਲੱਗੇ ਆ ਕਿ ਮੇਰੇ ਲਈ ਘਿਓ ਖਾਣਾ ਮਾੜਾ ਆ, ਮੇਰੇ ਲਈ ਮੀਟ ਖਾਣਾ ਮਾੜਾ ਆ, ਮੇਰੇ ਲਈ ਮੀਟ ਇਸ ਦਿਨ ਖਾਣਾ ਮਾੜਾ ਹੈ। ਇਹ ਕੈਥੋਲਿਕ ਧਰਮ ਵਾਲੇ ਕਹਿੰਦੇ ਹੁੰਦੇ ਸੀ 150 ਦਿਨ ਇਹਨਾਂ ਨੇ ਚੁਣੇ ਸੀ ਸਾਲ ਦੇ ਵਿੱਚ ਕਿ ਉਹਨਾਂ ਦਿਨਾਂ ਦੇ ਵਿੱਚ ਮੀਟ ਖਾਣਾ ਮਾੜਾ ਹੈ। ਵੈਸੇ ਡਾਕਟਰ ਸਾਹਿਬ ਆਪਣੇ ਵਿੱਚ ਵੀ ਹੈਗਾ, ਕਈ ਲੋਕੀ ਕਈ ਸਰਟਨ ਡੇਜ਼ ਹੁੰਦੇ ਆ ਜਦੋਂ ਮੀਟ ਨਹੀਂ ਖਾਂਦੇ ਜਾਂ ਫਿਰ ਅੰਡੇ ਨਹੀਂ ਖਾਂਦੇ, ਅਦਰਵਾਈਜ਼ ਉਹ ਖਾ ਲੈਂਦੇ ਆ। ਸਾਡੇ ਪਤਾ ਨਹੀਂ ਮਤਲਬ ਕਿਹਨੇ ਚੁਣੇ ਆ ਇਹ ਦਿਨ, ਜਿਹੜੇ ਰੱਬ ਨੇ ਦਾ ਦਿਨ ਬਰਾਬਰ ਹੀ ਬਣਾਏ। ਹਾਂਜੀ, ਸਾਰੇ ਦਿਨ ਬਰਾਬਰ ਆ। ਉਹ ਇੱਕ ਆਪਣੇ ਇੱਕ ਕਾਰਟੂਨ ਮੈਂ ਦੇਖਦਾ ਸੀ, ਏਲੀਅਨ ਕੋਈ ਬਾਹਰੋਂ ਦੇਖ ਰਹੇ ਆ ਤੇ ਨਿਊ ਈਅਰ ਸੈਲੀਬ੍ਰੇਸ਼ਨ ਹੋ ਰਹੀਆਂ ਧਰਤੀ ਤੇ ਉਹ ਦੂਜਾ ਏਲੀਅਨ ਪੁੱਛਦਾ, ਕਹਿੰਦਾ ਇਹ ਲੋਕੀ ਕਹਿੰਦਾ ਨੱਚਣ ਕਿਉਂ ਲੱਗੇ? ਉਹ ਕਹਿੰਦਾ ਇਹ ਐਡੇ ਬੇਵਕੂਫ ਆ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿਸੇ ਹੋਰ ਗੱਲ ਦਾ, ਇਹ ਸੈਲੀਬ੍ਰੇਸ਼ਨ ਕਰ ਰਿਹਾ ਕਿ ਧਰਤੀ ਨੇ 1 ਸਾਲ ਪੂਰਾ ਕਰ ਲਿਆ ਸੂਰਜ ਦੇ ਦੁਆਲੇ ਘੁੰਮਦੀ ਨੇ। ਇਹ ਦੱਸੋ ਕਿਹੜੀ ਸੈਲੀਬ੍ਰੇਸ਼ਨ ਹੈ? ਤੇ ਇਹਦੇ ਵਿੱਚ ਜਿਹੜੇ ਦਿਨ ਛੱਡਣੇ ਆ ਦਿਨ, ਇਹ ਹੈਗੀਆਂ ਮਤਲਬ ਰੌ ਰੀਤਾਂ ਆ, ਹੋਰ ਤਾਂ ਕੁਝ ਨਹੀਂ ਇਹਦੇ ਵਿੱਚ ਜੀ। ਰੌ ਰੀਤ ਹੈ, ਤੁਸੀਂ ਖਾਣਾ ਆ ਜੋ ਨਹੀਂ ਖਾਣਾ, ਜੋ ਤੁਸੀਂ ਪਹਿਨਣਾ ਜਾਂ ਨਹੀਂ ਪਹਿਨਣਾ, ਇਹ ਤੁਹਾਡੀ ਮਰਜ਼ੀ ਜੀ। ਇੰਨੀ ਤਾਂ ਮਰਜ਼ੀ ਚੁਆਇਸ ਹੋਣੀ ਚਾਹੀਦੀ ਹੈ। ਜੇ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਇਹਦੇ ਵਿੱਚ ਚੁਆਇਸ ਹੋਣੀ ਚਾਹੀਦੀ ਆ। ਪਰ ਆਹ ਜਿਹੜੇ ਸੋਲੂਸ਼ਨ ਦੇ ਰਹੇ ਨਾ, ਇਹ ਹੁਣ ਢੰਡੋਰਾ ਪਿੱਟਣ ਲੱਗੇ ਸਾਰੇ ਹੀ BC ਦੀ ਸਰਕਾਰ, ਇਹਨਾਂ ਦੇ MLA ਇੱਥੇ ਆ ਕੇ ਅਸੀਂ ਜੀ ਡੀਕ੍ਰਿਮੀਨਲਾਈਜ਼ ਕਰ ਦਿੱਤੀ। 6 ਬੰਦੇ ਅੱਗੇ ਮਰਦੇ ਸੀ ਰੋਜ਼ ਤੇ 6 ਹੀ ਹੁਣ ਮਰਦੇ ਜੀ। ਬਿਲਕੁਲ। ਤੇ ਡਾਕਟਰ ਸਾਹਿਬ ਵੈਸੇ ਵੀ ਜੇ ਆਪਾਂ ਰਿਪੋਰਟ ਨੂੰ ਦੇਖਦੇ ਆ ਤਾਂ ਪਿਛਲੇ ਦਹਾਕੇ ਦੇ ਵਿੱਚ ਜਿਹੜੀ ਫੈਂਟਨਿਲ ਆ ਉਹਦੇ ਨਾਲ 7000% ਦਾ ਵਾਧਾ ਹੋਇਆ। ਤੁਸੀਂ ਦੇਖੋ ਜਿਹੜੀ ਸਮਗਲਿੰਗ ਕਰਦੇ ਆ, ਹੁਣ ਜਿਹੜੀ ਡਰੱਗ ਖਾਂਦੇ ਨਾ ਉਹ ਇੰਨੀ ਤਿੱਖੀ ਖਾਂਦੇ ਆ। ਇਹਨਾਂ ਨੇ ਪਹਿਲਾਂ ਬੰਦ ਕੀਤੀਆਂ ਸੀ ਫੀਮ ਵਗੈਰਾ, ਫੀਮ ਕੋਈ ਉਸ ਲੈਵਲ ਦੀ ਤਾਂ ਡਰੱਗ ਹੈ ਨਹੀਂ ਜੀ। ਅਫੀਮ ਲੋਕੀ ਖਾਂਦੇ ਹਜ਼ਾਰਾਂ ਸਾਲਾਂ ਤੋਂ, ਇਹਨਾਂ ਨੇ ਉਹ ਬੰਦ ਕਰ ਦਿੱਤੀਆਂ, ਡਰੱਗ ਵਾਰ ਸ਼ੁਰੂ ਕਰ ਦਿੱਤੀ ਤੇ ਆ ਜਿਹੜੀਆਂ ਆਈਆਂ ਉਹਦੀ ਜਗ੍ਹਾ ਤੇ ਹੁਣ ਫੈਂਟਨਲ ਜਿਹੜੀ ਹੈ ਲੇਟੈਸਟ ਆ। ਹਾਂਜੀ। ਉਹਦੇ ਵਿੱਚ ਉਹਨੂੰ ਇੰਨੀ ਤਿੱਖੀ ਕਰ ਰਹੇ ਆ, ਉਹ ਮਾੜੀ ਜੀ ਖਾਂਦੇ ਆ ਤਾਂ ਮਰ ਜਾਂਦੇ ਜੀ। ਤੇ 6 ਮੌਤਾਂ ਹਰ ਰੋਜ਼, 51 ਲੱਖ ਸਾਡੀ ਪਾਪੂਲੇਸ਼ਨ ਹੈ ਜੀ। ਤੇ ਇਹ ਇਸੇ ਤਰ੍ਹਾਂ ਹੋਈ ਜਾਣੀਆਂ, ਇਲੈਕਸ਼ਨ ਦੌਰਾਨ ਵੀ ਇਦਾਂ ਹੀ ਹੋਣੀਆਂ ਜੀ। ਵੈਸੇ ਇਲੈਕਸ਼ਨ ਦੇ ਦੌਰਾਨ ਇਹ ਤੇ ਸਿਆਸੀ ਰੋਟੀਆਂ ਦਾ ਸੇਕ ਲੈਂਦੇ ਆ, ਮੁੱਦਾ ਤਾਂ ਬਣਾ ਦਿੰਦੇ ਆ, ਪਰ ਉਹਦੇ ਤੋਂ ਬਾਅਦ ਜਿਵੇਂ ਵੀ ਕੋਈ ਸੋਲੂਸ਼ਨ ਹੁੰਦਾ ਨਹੀਂ ਹੈਗਾ। ਉਹੀ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਕੰਜ਼ਿਊਮ ਕਰਦੇ ਆ ਡਰੱਗ ਜਾਂ ਫਿਰ ਜਿਹੜੀਆਂ ਓਵਰਡੋਜ਼ ਦੇ ਨਾਲ ਮੌਤਾਂ ਹੁੰਦੀਆਂ ਨੇ ਉਹ ਤਾਂ ਵੱਧਦੀਆਂ ਹੀ ਨੇ, ਉਹਦੇ 'ਚ ਤਾਂ ਕੋਈ ਫਰਕ ਨਹੀਂ ਪੈਂਦਾ। ਤੁਸੀਂ ਦੇਖੋ ਹਰ ਇੱਕ ਕੈਂਡੀਡੇਟ ਦਾ, ਹਰ ਇੱਕ ਸਰਕਾਰ ਦਾ ਸਭ ਤੋਂ ਮੁੱਖ ਮੁੱਦਾ ਹੁੰਦਾ ਵੀ ਪਬਲਿਕ ਰਿਲੇਸ਼ਨਸ ਨੂੰ ਕਿੱਦਾਂ ਹੈਂਡਲ ਕਰਨਾ ਜੀ, ਮੀਡੀਆ ਨਾਲ ਕਿੱਦਾਂ ਗੱਲ ਕਰਨੀ। ਇਸ ਗੱਲ ਤੋਂ ਦੂਸਰੀ ਧਿਆਨ ਹਟਾ ਕੇ ਦੂਸਰੀ ਵੱਲ ਕਿੱਦਾਂ ਕਰਨਾ। ਹਾਂਜੀ। ਹੁਣ ਆਮ ਆਦਮੀ ਪਾਰਟੀ ਵਾਲੇ ਤੁਸੀਂ ਦੇਖਿਓ ਦਿਨੇ ਰਾਤ ਲੱਗੇ ਆ, ਜਿਹੜੀਆਂ ਗਲਤੀਆਂ ਹੋ ਗਈਆਂ ਉਹਨਾਂ ਤੋਂ ਦਵਾ-ਦਵ ਧਿਆਨ ਇੱਕਦਮ ਹਟਾਉਣ ਲਈ ਨਾ ਅਨਾਉਂਸਮੈਂਟ ਆਹ ਕਰਨ ਲੱਗੇ ਆ, ਉਹ ਮੀਟਿੰਗ ਹੋ ਰਹੀ ਆ, ਫਲਾਣੇ ਦੀ ਮੀਟਿੰਗ ਹੋ ਰਹੀ। ਇਹ ਨਹੀਂ ਹੈ ਸੋਲੂਸ਼ਨ ਉਹ ਦੇ ਰਿਹਾ ਦੂਸਰੀਆਂ ਚੀਜ਼ਾਂ ਦਾ, ਇਸ ਕਰਕੇ ਕਰ ਰਿਹਾ ਕਿ ਮੀਡੀਆ ਦੇ ਵਿੱਚ ਆਹ ਖਬਰਾਂ ਆਉਣ ਜਿਹੜੀਆਂ ਅਸੀਂ ਚਾਹੁੰਦੇ ਹਾਂ ਜੀ। ਤੇ ਫਿਰ ਉਹੀ ਜਿਹੜੀ ਹੈਗੀ ਆ ਹੈਡਲਾਈਨ ਨੂੰ ਫਿਰ ਇਹਨਾਂ ਸੈਂਸਲਾਈਜ਼ ਕੀਤਾ ਜਾਂਦਾ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਵੱਡੀ ਖਬਰ ਵੱਡਾ ਧਮਾਕਾ, ਤੇ ਫਿਰ ਪੂਰਾ ਦਿਨ ਸਾਰੇ ਚੈਨਲਸ ਤੇ ਵੀ ਉਹੀ ਦਿਖਾਈ ਜਾਂਦੀ ਹੈ, ਉੱਥੋਂ ਫਿਰ ਸੋਸ਼ਲ ਮੀਡੀਆ ਦੇ ਉੱਪਰ ਵੀ। ਐਕਚੁਅਲ ਦੇ ਵਿੱਚ ਜਿਹੜੀ ਖਬਰ ਹੁੰਦੀ ਆ ਉਹ ਬਹੁਤ ਘੱਟ ਲੋਕਾਂ ਤੱਕ ਪਹੁੰਚਦੀ ਹੈ, ਬਹੁਤ ਘੱਟ ਮੀਡੀਆ ਆਊਟਲੈਟਸ ਹੈਗੇ ਆ ਜਿਹੜੇ ਰੀਅਲ ਜਿਹੜੀ ਅਸਲੀ ਖਬਰ ਫੈਕਟਸ ਦੇ ਨਾਲ ਦਿਖਾਉਂਦੇ ਆ,
ਉਹਨੂੰ ਤੋੜ ਮਰੋੜ ਕੇ ਜਿੱਦਾਂ PR ਨੇ ਇੰਸਟਰਕਸ਼ਨਸ ਦਿੱਤੀਆਂ ਹੁੰਦੀਆਂ ਨੇ ਉਸ ਹਿਸਾਬ ਦੇ ਨਾਲ ਹੀ ਫਿਰ ਉਹਦਾ ਪ੍ਰਚਾਰ ਹੁੰਦਾ ਲੋਕਾਂ ਦੇ ਵਿੱਚ। ਉਹਨੂੰ ਦੇਖਣ ਵਾਲੇ ਵੀ ਘੱਟ ਹੈ। ਡਾਕਟਰ ਸਾਹਿਬ ਗੱਲ ਕਰਦੇ ਹਾਂ ਜੀ ਓਨਟਾਰੀਓ ਇਲੈਕਸ਼ਨ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਜਿਹੜੇ ਮਾਹਰ ਆ ਉਹਨਾਂ ਦਾ ਕਹਿਣਾ ਕਿ ਇਹਨੂੰ ਐਮਪੈਥੀ ਇਲੈਕਸ਼ਨ ਦਾ ਨਾਂ ਜੇ ਆਪਾਂ ਦਿੰਦੇ ਆ ਤਾਂ ਇਹਦੇ ਵਿੱਚ ਕੋਈ ਅਤਕਥਨੀ ਵਾਲੀ ਗੱਲ ਨਹੀਂ ਹੋਊਗੀ। ਓਨਟਾਰੀਓ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਜਿਹੜਾ ਵੋਟਰ ਟਰਨਆਊਟ ਹੋਇਆ ਇਸ ਸਾਲ ਇਲੈਕਸ਼ਨ ਓਨਟਾਰੀਓ ਵੱਲੋਂ ਰਿਲੀਜ਼ ਕੀਤੇ ਗਏ ਜਿਹੜੇ ਸ਼ੁਰੂਆਤੀ ਅੰਕੜੇ ਉਹਨਾਂ ਤੋਂ ਪਤਾ ਲੱਗਦਾ ਕਿ ਲਗਭਗ 43.3% ਐਲੀਜੀਬਲ ਵੋਟਰਸ ਨੇ ਵੋਟ ਪਾਈ ਜਾਂ ਇੰਜ ਕਹਿ ਲਈਏ ਕਿ ਪ੍ਰੋਵਿੰਸ ਦੇ 10.7 ਮਿਲੀਅਨ ਪੋਟੈਂਸ਼ੀਅਲ ਵੋਟਰਸ ਵਿੱਚੋਂ ਲਗਭਗ 4.6 ਮਿਲੀਅਨ ਨੇ ਆਪਣੇ ਵੋਟਿੰਗ ਅਧਿਕਾਰ ਦੀ ਜਿਹੜੀ ਵਰਤੋਂ ਕੀਤੀ ਆ। 2011 ਦੇ ਵਿੱਚ ਹੋਇਆ ਸੀ ਜਦੋਂ ਵੋਟਰ ਟਰਨਆਊਟ ਬਹੁਤ ਜ਼ਿਆਦਾ ਘੱਟ ਸੀ ਤੇ ਉਦੋਂ ਲਿਬਰਲਸ ਨੇ ਆਪਣੀ ਘੱਟ ਗਿਣਤੀ ਸਰਕਾਰ ਬਣਾਈ ਸੀ। ਇਸ ਸਾਲ ਦਾ ਜਿਹੜਾ ਵੋਟਰ ਟਰਨਆਊਟ ਆ ਇੰਨਾ ਜ਼ਿਆਦਾ ਘੱਟ ਆ ਕਿ ਇਹਨੂੰ ਵਰਸਟ ਕੇਸ ਸਿਨਾਰੀਓ ਵੀ ਕਿਹਾ ਜਾ ਰਿਹਾ। ਤੁਸੀਂ ਇਸ ਰਿਪੋਰਟ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਕਈਆਂ ਦੇਸ਼ਾਂ ਦੇ ਵਿੱਚ ਉਹਨਾਂ ਨੇ ਇਹ ਸੰਵਿਧਾਨ ਦੇ ਵਿੱਚ ਲਿਖਿਆ ਜਾਂ ਇਲੈਕਟੋਰਲ ਲਾਜ਼ ਦੇ ਵਿੱਚ ਬਣਾਇਆ ਕਿ ਜੇ 50% ਤੋਂ ਘੱਟ ਵੋਟਰ ਟਰਨਆਊਟ ਹੋਵੇ ਤਾਂ ਉਹ ਇਲੈਕਸ਼ਨ ਕੈਂਸਲ ਹੋ ਜਾਂਦੀ ਹੈ ਤੇ ਓਨਟਾਰੀਓ ਵਾਲੀ ਇਲੈਕਸ਼ਨ ਕੈਂਸਲ ਹੋਣੀ ਚਾਹੀਦੀ ਹੈ 50% ਤੋਂ ਘੱਟ ਹੈ। ਹਾਂਜੀ। ਪਰ ਇੱਥੇ ਕੈਨੇਡਾ ਦੇ ਵਿੱਚ ਮਤਲਬ ਬਾਕੀ ਦੀਆਂ ਡੈਮੋਕ੍ਰੇਸੀ ਦੇ ਵਿੱਚ ਇਹੀ ਹਾਲ ਹੈ। ਜਿੰਨਾ ਚਿਰ ਭਾਵੇਂ 10 ਬੰਦੇ ਹੀ ਵੋਟ ਪਾ ਦੇਣ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ। ਇੱਕ ਜ਼ਮਾਨੇ ਦੇ ਵਿੱਚ ਗ੍ਰੀਸ ਦੇ ਵਿੱਚ ਡੈਮੋਕ੍ਰੇਸੀ ਹੁੰਦੀ ਸੀ ਜਿਹਨੂੰ ਪਹਿਲਾਂ ਅਸੀਂ ਕਹਿੰਦੇ ਅਥੀਨੀਅਨ ਡੈਮੋਕ੍ਰੇਸੀ ਮਤਲਬ ਉਸ ਵੇਲੇ ਤਾਈਂ ਉਦੋਂ ਉਹ ਥੋੜਾ ਜਿਹਾ ਡੈਮੋਕ੍ਰੇਸੀ ਰਹੀ ਫਿਰ ਇਹਨਾਂ ਕਾਰਨਾਂ ਕਰਕੇ ਖਤਮ ਹੋ ਗਈ ਜੀ। ਤੇ ਇਹ ਕਾਰਨ ਹੈ ਕਿ ਹੁਣ ਵੀ ਇਹ ਪਤਨ ਵੱਲ ਜਾ ਰਹੀ ਹੈ। ਦਿਨ ਬ ਦਿਨ ਇਹਦੀ ਖਾਤਮੇ ਵੱਲ ਉਧਰ ਨੂੰ ਤੁਰੀ ਜਾਂਦੀ ਰਾਹ ਤੇ ਪਈ ਹੈ। ਵੈਸੇ ਜੇ ਇਹ ਕਾਨੂੰਨ ਹੋਵੇ ਕਿ ਤੁਹਾਨੂੰ ਘੱਟੋ ਘੱਟ 50% ਚਾਹੀਦੇ ਆ ਤੇ ਫਿਰ ਬਹੁਤ ਸਾਰੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ US ਦੇ ਵਿੱਚ ਨਲ ਐਂਡ ਵੋਇਡ ਹੋਣ ਜੀ ਕਿਉਂਕਿ ਇਹਨਾਂ ਦੇ ਕਈ ਵਾਰੀ 50% ਵੀ ਲੋਕੀ ਆਉਂਦੇ ਨਹੀਂ। ਹਾਂਜੀ। ਜੇ 50% ਵੀ ਚਲੋ ਹੁਣ ਤੁਸੀਂ ਕਹਿ ਲਓ ਕਿ ਕਿੰਨੇ ਹੋ ਗਏ 43 ਤੇ 57% ਲੋਕੀ ਘਰ ਬੈਠੇ ਆ ਜੀ। ਕੁਝ ਲੋਕ ਹੋਣੇ ਜਿਨ੍ਹਾਂ ਨੇ ਰਜਿਸਟਰ ਨਹੀਂ ਕੀਤਾ ਫਿਰ ਵੀ 57 100 ਦੇ ਵਿੱਚੋਂ 57 ਬਾਹਰ ਬੈਠੇ ਆ। ਜਿਹੜੇ ਇਲੈਕਟ ਹੋ ਕੇ ਗਏ ਉਹਨਾਂ ਨੂੰ ਕੋਈ ਫਿਕਰ ਨਹੀਂ। ਉਹ ਤਾਂ ਇਲੈਕਟ ਹੋ ਗਏ ਸੀ ਉਹਨਾਂ ਨੇ ਉਹਦਾ ਭੰਗੜੇ ਪਾਉਣ ਲੱਗੇ ਨਾ। ਹਾਂਜੀ। ਸੋਚਣ ਵਾਲੀ ਗੱਲ ਤਾਂ ਉਹਨਾਂ ਲਈ ਆ ਇਹ ਸੋਚਣ ਵਾਲੇ ਲੱਗੇ ਆ ਹੁਣ ਉਹ ਜਿਹੜੇ ਸਟੱਡੀ ਕਰਦੇ ਆ ਹਾਂਜੀ ਕਿ ਆਹ ਗੱਲ ਗਲਤ ਹੈ ਕਿ ਡੈਮੋਕ੍ਰੇਸੀ ਕਿਹੜੀ ਚੀਜ਼ ਹੋਈ ਜੇ ਚ ਲੋਕੀ ਹਿੱਸਾ ਹੀ ਨਹੀਂ ਲੈ ਰਹੇ। ਹਾਂਜੀ। ਮਤਲਬ ਇਹ ਦੇਖੋ ਕਿ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਜਿੱਦਾਂ ਹਿੰਦੁਸਤਾਨ ਦੇ ਵਿੱਚ ਹੁਣ ਜਾਏ ਉਹਨਾਂ ਨੇ ਸਰਵੇ ਕੀਤਾ ਸੀ ਇੱਕ ਪੋਲ ਆਇਆ ਉਹਨਾਂ ਦਾ ਪਹਿਲੀ ਵਾਰ ਹੋਇਆ ਇਹ ਆਜ਼ਾਦੀ ਤੋਂ ਬਾਅਦ 51% ਤੋਂ ਜ਼ਿਆਦਾ ਲੋਕਾਂ ਨੇ ਕਿਹਾ ਕਿ ਸਾਨੂੰ ਡੈਮੋਕ੍ਰੇਸੀ ਨਹੀਂ ਚਾਹੀਦੀ। ਮਤਲਬ ਲੋਕਾਂ ਨੂੰ ਤੁਸੀਂ ਇੱਕ ਦਿੱਤਾ ਆ ਅਸੀਂ ਰੂਫ ਟਾਪ ਤੇ ਕਹਿ ਲਓ ਚੁਬਾਰੇ ਤੇ ਚੜ੍ਹ ਕੇ ਰੌਲਾ ਪਾਉਂਦੇ ਆ ਕਿ ਇਹ ਸਭ ਤੋਂ ਵਧੀਆ ਸਿਸਟਮ ਹੈ ਜੀ ਅਸੀਂ ਲੋਕਾਂ ਨੂੰ ਹੱਕ ਦਿੱਤਾ ਹੈ ਕਿ ਤੁਸੀਂ ਡਿਸਾਈਡ ਕਰਨੀ ਸਰਕਾਰ ਕਿਹਦੀ ਹੋਵੇ। ਉਹੀ ਲੋਕੀ ਕਹਿ ਰਹੇ ਹੁਣ ਕਿ ਅਸੀਂ ਨਹੀਂ ਹੱਕ ਲੈਣਾ ਇਹ ਉਹ ਡਿਸਅਪੁਆਇੰਟ ਹੋ ਚੁੱਕਿਆ ਜੇ। ਮਤਲਬ ਤੁਸੀਂ ਦੇਖੋ ਵੀ ਕਿੰਨੇ ਤੰਗ ਹੋਣੇ ਆ। ਹਾਂਜੀ। ਤੁਸੀਂ ਸਾਨੂੰ ਚੁਆਇਸਸ ਦਿੰਦੇ ਕਿਸੇ ਚੀਜ਼ ਦੀ ਵੀ ਤੂੰ ਜਿਹੜੀ ਮਰਜ਼ੀ ਚੀਜ਼ ਕਰ ਮੈਂ ਕਹਾਂ ਮੈਂ ਉਹ ਚੁਆਇਸ ਲੈਣੀ ਨਹੀਂ ਇਹਦਾ ਮਤਲਬ ਮੈਂ ਦੁਖੀ ਹੋਇਆ ਹੋਊਗਾ ਕਿਸੇ ਇਸ ਗੱਲ ਤੇ ਐਨਾਲਾਈਜ਼ ਕਰਨ ਲਈ ਇਹਨਾਂ ਨੂੰ ਕੁਛ ਨਾ ਕੁਛ ਤਾਂ ਸੋਚਣਾ ਚਾਹੀਦਾ ਬੈਠੇ ਡਿਬੇਟ ਕਰਨਾ ਚਾਹੀਦਾ ਬੈਠ ਕੇ ਪਾਰਲੀਮੈਂਟ ਆਖਿਰਕਾਰ ਤਾਂ ਇਹੀ ਹੁੰਦੀ ਹੈ ਡਿਬੇਟ ਕਰਨੀ ਹੈ ਇਸ਼ੂਜ਼ ਤੇ। ਹਾਂਜੀ। ਉੱਥੇ ਇੱਕ ਬੰਦਾ ਉੱਠ ਕੇ ਗੱਲ ਕਰੇ ਕਿ ਇਹ ਕੀ ਗੱਲ ਹੋ ਗਈ ਲੋਕੀ ਜਿਹੜੇ ਵੋਟ ਨਹੀਂ ਪਾਉਣ ਆਉਂਦੇ। ਹੁਣ ਹਿੰਦੁਸਤਾਨ ਦੇ ਵਿੱਚ ਵੀ ਲੋਕੀ ਤੰਗ ਹੀ ਹੋਏ ਹੋਣੇ ਜਿਹੜੇ 51% ਇਹ ਕਹਿੰਦੇ ਆ। ਕਈਆਂ ਨੇ ਤਾਂ ਇਹ ਕਿਹਾ ਵੀ ਮਿਲਟਰੀ ਦਾ ਕੋਈ ਡਿਕਟੇਟਰ ਆ ਜਾਵੇ ਸਾਨੂੰ ਚੰਗਾ ਆ। ਪਾਕਿਸਤਾਨ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਜੀ ਉਹ ਕਹਿੰਦੇ ਮਿਲਟਰੀ ਦਾ ਡਿਕਟੇਟਰ ਨਾ ਆਵੇ ਜਿੱਦਾਂ ਦਾ ਮਰਜ਼ੀ ਪ੍ਰਾਈਮ ਮਿਨਿਸਟਰ ਹੋਵੇ ਕਿਉਂਕਿ ਉਹਨਾਂ ਦੇ ਮਿਲਟਰੀ ਡਿਕਟੇਟਰ ਕਈ ਵਾਰ ਆ ਚੁੱਕੇ ਆ। ਹਾਂਜੀ। ਤੇ ਸਾਡੇ ਕਹਿੰਦੇ ਕਿ ਨਹੀਂ ਕੋਈ ਮਿਲਟਰੀ ਦਾ ਬੰਦਾ ਆ ਜਾਵੇ ਜਨਰਲ ਤਾਂ ਠੀਕ ਹੈ ਪਰ ਆਹ ਜਿਹੜੇ ਸਾਡੇ ਲੀਡਰ ਜਿਹੜੇ ਹੋਣ ਵਾਲੇ ਇਹ ਨਹੀਂ ਹੋਣੇ ਚਾਹੀਦੇ। ਦੇਖੋ ਡਾਕਟਰ ਸਾਹਿਬ ਜਦੋਂ ਕੋਈ ਵੀ ਪਾਰਟੀ ਆਉਂਦੀ ਹੈ ਸੱਤਾ 'ਚੋਂ ਬੜੇ ਵਾਅਦੇ ਕਰਦੀ ਹੈ ਬਦਲਾਅ ਲੈ ਕੇ ਆਵਾਂਗੇ
ਪਰ ਸਿਰਫ ਉਹ ਕਹਿ ਲਓ ਕਿ ਪਾਰਟੀ ਚੇਂਜ ਹੋ ਜਾਂਦੀ ਹੈ, ਬੰਦੇ ਬਦਲਦੇ ਨੇ, ਬਾਕੀ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਰਾਹ ਹੁੰਦਾ ਉਹ ਤਾਂ ਨਹੀਂ ਬਦਲਦਾ, ਉਹ ਤਾਂ ਸੇਮ ਹੀ ਰਹਿੰਦਾ। ਬਹੁਤੀਆਂ ਪਾਰਟੀਆਂ ਦੇ ਤਾਂ ਬੰਦੇ ਵੀ ਨਹੀਂ ਬਦਲਦੇ, ਆਹ 4 ਬੰਦੇ ਉਧਰ ਚਲ ਜਾਂਦੇ, ਉਹੀ 4 ਬੰਦੇ ਉਧਰ ਚਲ ਜਾਂਦੇ। ਹਾਂਜੀ, ਆਮ ਆਦਮੀ ਪਾਰਟੀ ਨੂੰ ਕਹਿੰਦੇ ਹੁੰਦੇ ਨਵੇਂ ਬੰਦੇ ਲੈਣੇ ਆ ਜੀ, ਕਿਹੜਾ ਬੰਦਾ ਇਹਨਾਂ 'ਚ ਨਵਾਂ ਆ? ਸਾਰੇ ਹੀ ਤਾਂ ਦੂਜੀਆਂ ਪਾਰਟੀਆਂ ਤੋਂ ਲਏ ਆ। ਹਾਂਜੀ, ਉਹਨਾਂ ਨੇ ਓਵਰਨਾਈਟ ਤਾਂ ਚੇਂਜ ਹੋ ਜਾਣਾ। ਜਿਹੜੇ ਭੇੜੀਏ ਆ ਉਹਨਾਂ ਨੇ ਖੱਲ ਜਿਹੜੀ ਮਰਜ਼ੀ ਪਾ ਦਿਓ, ਉਹਨਾਂ ਨੇ ਭੇੜੀਏ ਰਹਿਣਾ ਜੀ। ਬਿਲਕੁਲ। ਤੇ ਇਹਨਾਂ ਨੂੰ ਇੱਕ ਮੌਕਾ ਮਿਲਦਾ ਆ ਬੰਦਿਆਂ ਨੂੰ, ਉਹਨਾਂ ਨੂੰ ਜਿਨ੍ਹਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ, ਜਿਹੜੇ ਇੱਥੇ ਬੰਦੇ ਬੈਠੇ ਆ ਜਿਹੜੇ ਕਲਰਕ ਨਹੀਂ ਲੱਗ ਸਕਦੇ ਇਸ ਸਰਕਾਰ ਦੇ ਵਿੱਚ, ਯੋਗਤਾ ਹੋਵੇ। ਮੈਂ ਉੱਥੇ ਹੱਸਦਾ ਸੀ ਹਾਊਸ ਆਫ ਕਾਮਨਸ ਦੇ ਵਿੱਚ, ਇੱਕ ਸਿਕਿਉਰਿਟੀ ਗਾਰਡ ਨੂੰ ਪੁੱਛਦਾ ਸੀ, ਕਿਸੇ ਬੰਦੇ ਦੇ ਦਫ਼ਤਰ ਜਾਣਾ ਸੀ ਤੇ ਉਹਨਾਂ ਮੈਂ ਗੱਲ ਕਰਨ ਲੱਗ ਪਿਆ ਕਿ ਅਸੀਂ ਐਲੀਵੇਟਰ 'ਚ ਜਾਂਦੇ ਸੀ 2 ਜਣੇ। ਹਾਂਜੀ, ਉਹ ਕਿਊਬੈਕ ਤੋਂ ਸੀ ਬੰਦਾ, ਤੇ ਉੱਥੇ ਸਿਕਿਉਰਿਟੀ ਗਾਰਡ ਲੱਗਣ ਲਈ ਨਾ ਹਾਊਸ ਆਫ ਕਾਮਨਸ ਤੁਹਾਨੂੰ ਘੱਟੋ ਘੱਟ 12 ਕੀਤੀਆਂ ਹੋਣੀਆਂ ਚਾਹੀਦੀਆਂ ਤੇ 2 ਲੈਂਗੁਏਜ ਫ੍ਰੈਂਚ ਤੇ ਇੰਗਲਿਸ਼ ਬੋਲਦੇ ਹੋਣਾ ਚਾਹੀਦਾ ਜੀ, ਇਹ ਕੁਆਲੀਫਿਕੇਸ਼ਨ ਹੈ। ਹਾਂਜੀ, ਤੇ ਅੰਦਰ ਮੈਂਬਰ ਆਫ ਪਾਰਲੀਮੈਂਟ ਬਣਨ ਲਈ ਤੁਹਾਨੂੰ ਕੋਈ ਕੁਆਲੀਫਿਕੇਸ਼ਨ ਨਹੀਂ। ਸਿਕਿਉਰਿਟੀ ਗਾਰਡ ਦੇ ਲਈ ਕੁਆਲੀਫਿਕੇਸ਼ਨ, ਸਿਕਿਉਰਿਟੀ ਗਾਰਡ ਉੱਥੇ ਜ਼ਿਆਦਾ ਕੁਆਲੀਫਾਈਡ ਆ, ਮੈਂਬਰ ਆਫ ਪਾਰਲੀਮੈਂਟ ਦੀ ਕੋਈ ਕੁਆਲੀਫਿਕੇਸ਼ਨ ਨਹੀਂ। ਤੁਸੀਂ ਕਹੋ ਵੀ ਬੰਦਾ ਹੋਵੇ ਨਾ, ਇਹ ਕਹਿ ਦੇਵੇ ਵੀ ਅੰਗੂਠਾ ਲਾਉਣਾ, ਇਹ ਆਪ ਹੀ ਫੜ ਲਾ ਅੰਗੂਠਾ ਤਾਂ ਆਪ ਹੀ ਲਾ ਦੇ, ਏਦਾਂ ਦੇ ਬੰਦੇ ਵੀ ਹੋਣੇ ਆ। ਬਾਕੀ ਇੰਗਲਿਸ਼ ਤੇ ਜਿਹੜੀ ਇੰਗਲਿਸ਼ ਤਾਂ ਫ੍ਰੈਂਚ ਸਾਡੀ ਅਫੀਸ਼ੀਅਲ ਲੈਂਗੁਏਜ ਹੈ। ਹਾਂਜੀ, ਤੁਸੀਂ ਦੇਖੋਗੇ ਉੱਥੇ ਬੰਦੇ ਉਹ ਬੈਠੇ ਆ ਜਿਨ੍ਹਾਂ ਨੂੰ ਨਾ ਇੰਗਲਿਸ਼ ਆਉਂਦੀ ਆ ਨਾ ਫ੍ਰੈਂਚ ਆਉਂਦੀ ਆ। ਮਤਲਬ ਜਿਸ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੈਠੇ ਆ, ਜੇ ਤੁਹਾਨੂੰ ਅਫੀਸ਼ੀਅਲ ਲੈਂਗੁਏਜ ਹੀ ਨਹੀਂ ਆਉਂਦੀ ਉੱਥੇ ਦੀ, ਤਾਂ ਤੁਸੀਂ ਡਿਬੇਟ ਕੀ ਕਰੋਗੇ ਉੱਥੇ ਜੀ। ਬਿਲਕੁਲ। ਇਹ ਤਾਂ ਇੱਕ ਮਿਸਾਲ ਦੇ ਰਿਹਾ ਮੈਂ ਬਸ, ਮਤਲਬ ਇਹਨਾਂ ਦੀ ਕੁਆਲੀਫਿਕੇਸ਼ਨ ਕਿੰਨੀ ਘੱਟ ਗਈ ਹੈ ਤੇ ਇਹ ਪਤਨ ਆਉਣ ਦੇ ਰਾਹ ਤੇ ਹੋਰ ਕੀ ਹੋ ਸਕਦਾ। ਸਿਸਟਮ ਜਿਹੜਾ ਹੈ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ। ਹੋ ਸਕਦਾ ਸਾਡੀ ਲਾਈਫ 'ਚ ਨਾ ਹੋਵੇ, ਪਰ ਹੋਊਗਾ ਜ਼ਰੂਰ ਜੀ, ਜੇ ਇਸ ਰਾਹ ਤੇ ਤੁਰਿਆ ਆਇਆ ਹੈ ਜੀ। ਡਾਕਟਰ ਸਾਹਿਬ, ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਟਰੂਡੋ ਦੇ ਸਾਬਕਾ ਫਾਈਨਾਂਸ ਮਿਨਿਸਟਰ ਜਿਹੜੇ ਹੈਗੇ ਆ ਬਿਲ ਮਰਨੋ, ਉਹਨਾਂ ਦਾ ਕਹਿਣਾ ਕਿ ਜਿਹੜਾ ਕੈਨੇਡਾ ਨਾ ਵਿਕਾਸ ਦੇ ਰਾਹ ਤੇ ਇਹ ਕਾਫੀ ਜ਼ਿਆਦਾ ਪਛੜ ਰਿਹਾ ਤੇ ਉਹਨਾਂ ਨੇ ਕਿਹਾ ਕਿ ਜੇ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤਾਂ ਜਿਹੜਾ ਕੈਨੇਡਾ ਹੈਗਾ ਇਹਨੂੰ ਵੱਡੀ ਆਰਥਿਕ ਕੀਮਤ ਚੁਕਾਣੀ ਪੈ ਸਕਦੀ ਆ। ਉਹਨਾਂ ਨੇ ਇਹ ਵੀ ਨਾਲ ਹੀ ਮੈਂਸ਼ਨ ਕੀਤਾ ਕਿ ਪ੍ਰੋਡਕਟਿਵਿਟੀ ਵੱਲ ਧਿਆਨ ਦੀ ਬਜਾਏ ਸਰਕਾਰ ਦਾ ਧਿਆਨ ਪੋਲਿਟਿਕਸ ਦੇ ਵਿੱਚ ਆ ਜ਼ਿਆਦਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਜਿਹੜੇ ਲੀਡਰਸ ਆ ਜਿਹੜੇ ਐਕਚੁਅਲੀ ਰਾਹ ਦਿਖਾਉਂਦੇ ਆ ਲੋਕਾਂ ਨੂੰ, ਉਹਨਾਂ ਨੂੰ ਹੁੰਦਾ ਕਿ ਜਿੱਦਾਂ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕੀਤਾ ਬ੍ਰਾਇਨ ਮਰੂਨੀ, ਉਹਨਾਂ ਨੂੰ ਪਤਾ ਸੀ ਇਹ ਪਾਪੂਲਰ ਨਹੀਂ, ਉਹਦੇ ਤੇ ਉਹਨਾਂ ਨੇ ਇਲੈਕਸ਼ਨ ਹਾਰ ਜਾਣੀ। ਉਸ ਤੋਂ ਬਾਅਦ ਉਹਨਾਂ ਨੇ GST ਲਾਇਆ ਇਕਨੋਮੀ ਨੂੰ ਅਪਲਿਫਟ ਕਰਨ ਲਈ, ਇਹ ਵੀ ਪਾਪੂਲਰ ਨਹੀਂ ਹੈ। ਟੈਕਸ ਲਾਉਣਾ ਕੋਈ ਪਾਪੂਲਰ ਗੱਲ ਨਹੀਂ ਹੈ, ਪਰ ਉਹਦੇ ਨਾਲ ਇਕਨੋਮੀ ਨੂੰ ਫਾਇਦਾ ਹੋਣਾ ਸੀ। ਵੱਡੇ ਵੱਡੇ ਪ੍ਰੋਜੈਕਟ ਜਿੱਦਾਂ ਇੱਥੇ ਵਿਲੀਅਮ ਬੈਨਟ ਹੁੰਦੇ ਸੀ ਪ੍ਰੀਮੀਅਰ, ਉਹਨਾਂ ਨੇ ਜੇ BC ਬਿਲਡ ਕੀਤੀ ਤਾਂ ਉਹਨਾਂ ਨੇ ਕੀਤੀ ਹੈ। ਤੁਸੀਂ ਕਹੋ ਜੀ, BC ਦੇ ਵਿੱਚ ਕੁਛ ਨਹੀਂ ਸੀ, 2-4 ਲੰਬਰ ਮਿਲਸ ਸੀ ਤੇ ਲੰਬਰ ਬੈਰਨ ਹੁੰਦੇ ਸੀ ਬਸ। ਉਹਨਾਂ ਨੇ BC ਹਾਈਡਰੋ ਦੇ ਪ੍ਰੋਜੈਕਟ ਸ਼ੁਰੂ ਕੀਤੇ, ਹਾਈਵੇਜ਼ ਸ਼ੁਰੂ ਕੀਤੇ, ਯੂਨੀਵਰਸਿਟੀਜ਼ ਬਣਾਈਆਂ ਇੱਥੇ ਬੜੇ ਲੌਂਗ ਟਰਮ ਦੇ ਵਿੱਚ। ਜਸਟਿਨ ਟਰੂਡੋ ਵਰਗੇ ਜਿਹੜੇ ਲੀਡਰ ਆ, ਇਹ ਤਾਂ ਦੇਖਦੇ ਆ ਕਿ 4 ਸਾਲਾਂ 'ਚ ਪਾਣੀ ਮੁੱਕਣ ਵਾਲਾ ਥੋੜ੍ਹਾ ਧਰਤੀ, ਕੋਈ ਗੱਲ ਨਹੀਂ, ਅਸੀਂ ਅਗਲੀ ਇਲੈਕਸ਼ਨ ਜਿੱਤਣੀ ਆ ਤਾਂ ਬਸ ਪੈਨਸ਼ਨ ਲੈ ਕੇ ਤਾਂ ਘਰ ਬੈਠਾਂਗੇ। ਜਿਹੜੇ ਹੁਣ ਲੀਡਰਸ਼ਿਪ ਹੀ ਇੱਦਾਂ ਦੀ ਆ ਗਈ ਆ ਕਿ ਜਿਹੜੀ ਲੌਂਗ ਟਰਮ ਡਿਸਕਸ਼ਨ ਹੋਣੀ ਚਾਹੀਦੀ ਇਕਨੋਮੀ ਤੇ, ਔਰ ਜਿਹੜੇ ਫੈਸਲੇ ਲੈਣੇ ਚਾਹੀਦੇ ਅੱਜ, ਹੋ ਸਕਦਾ ਉਹ ਤਾਂ ਉਹਨਾਂ ਦਾ ਦੁੱਖ ਵੀ ਲੱਗੇ ਸਾਨੂੰ, ਹੋ ਸਕਦਾ ਉਹ ਪੋਲੀਟੀਕਲੀ ਪਾਪੂਲਰ ਨਾ ਵੀ ਹੋਣ ਕਈ ਵਾਰੀ ਹੁੰਦੇ ਆ, ਤੇ ਉਹ ਲੈਣੇ ਤਾਂ ਪੈਂਦੇ ਹੀ ਆ ਜੀ। ਜਿੱਦਾਂ ਅੱਜ ਪੰਜਾਬ ਦੇ ਵਿੱਚ ਸਾਨੂੰ ਉੱਥੇ ਫੈਸਲਾ ਨਹੀਂ ਲਿਆ ਨਾ ਵੀ ਪਾਣੀ ਬਚਾਉਣਾ ਆ, ਤਾਂ ਭਵਿੱਖ ਦੀ ਜਨਰੇਸ਼ਨ ਜਿਹੜੀ ਆ ਉਹ ਸਾਨੂੰ ਲਾਹਨਤਾਂ ਪਾਇਆ ਕਰੂਗੀ। ਆਪਣੇ ਕਹਿੰਦੇ ਹੁੰਦੇ ਆ ਜਿਹੜੀ ਜਾਇਦਾਦ ਆ ਤੁਸੀਂ ਆਪਣੇ ਬਜ਼ੁਰਗਾਂ ਤੋਂ ਨਹੀਂ ਲੈਂਦੇ, ਤੁਸੀਂ ਆਪਣੇ ਬੱਚਿਆਂ ਤੋਂ ਉਧਾਰ ਲੈਂਦੇ ਆ ਜੀ। ਇਹ ਕੱਲ ਨੂੰ ਉਹਨਾਂ ਦੇ ਕੰਮ ਆਉਣੀ ਹੈ ਨਾ। ਹਾਂਜੀ,
ਜੇ ਤੁਸੀਂ ਇੱਥੇ ਉਹਨੂੰ ਪ੍ਰਦੂਸ਼ਣ ਕਰ ਗਏ, ਉਹਨੂੰ ਮਤਲਬ ਸਾਰੀ ਨੂੰ ਪੋਲੂਟ ਕਰ ਗਏ ਆ, ਤੇ ਉਹ ਕਿਹੜੇ ਭਵਿੱਖ ਨੂੰ ਦੇਖਣਗੇ? ਉਹਨਾਂ ਦਾ ਤਾਂ ਪ੍ਰੈਜ਼ੈਂਟ ਹੈ ਨਾ, ਸਾਡਾ ਹੀ ਭਵਿੱਖ ਆ, ਉਹ ਕਿੱਥੇ ਜਾਣਗੇ? ਜਿਹੜੀ ਜਨਰੇਸ਼ਨ ਅੱਜ ਇੱਥੇ ਪੜ ਰਹੀ ਆ ਉਹ ਦੇਖ ਰਹੀ ਹੈ ਇੰਨੀਆਂ ਕੀਮਤਾਂ ਵਧੀਆਂ ਆ, ਫਿਰ ਇੱਥੇ ਕੋਈ ਮੇਜਰ ਪ੍ਰੋਜੈਕਟ ਹੈ ਨਹੀਂ ਗਿਆ ਪੰਜਾਬ ਮਤਲਬ ਕੈਨੇਡਾ ਦੇ ਵਿੱਚ, ਕੋਈ ਇੱਦਾਂ ਦੀ ਗੱਲ ਨਹੀਂ ਕਿ ਵੱਡਾ ਪ੍ਰੋਜੈਕਟ ਹੋਵੇ ਇਹਨਾਂ ਦੇ ਕੋਲ। ਜਿਹੜੇ ਪਹਿਲਾਂ ਦੇ ਬਣੇ ਆ ਉਹੀ ਆ ਪ੍ਰੋਜੈਕਟ, ਜੇ ਨਵੇਂ ਆ ਕੈਂਸਲ ਜ਼ਰੂਰ ਕੀਤੇ ਹੋਣੇ ਇਹਨਾਂ ਨੇ, ਬਣਾਏ ਨਹੀਂ। ਆ ਪਾਈਪਲਾਈਨ ਨੇ ਦੇਖ ਲਓ, ਇੱਥੇ $4500 ਮਿਲੀਅਨ ਖਰਚ ਦਿੱਤਾ। ਹੁਣ ਜਸਟਿਨ ਟਰੂਡੋ ਦੀ ਕਿਹੜੀ ਜੇਬ ਚੋਂ ਗਏ? ਉਹ ਤਾਂ ਟੈਕਸ ਪੇਅਰ ਦੇ ਪੈਸੇ ਗਏ। ਹਾਂਜੀ, ਉਹ ਖੂਹ 'ਚ ਸਿੱਟਿਆ ਆ ਉਹਨੇ ਪੈਸਾ, $4500 ਖੂਹ 'ਚ ਸਿੱਟਿਆ ਉਹਨੇ ਚੱਕ। ਤੇ ਅੱਜ ਤਾਈਂ ਕਿਸੇ ਨੇ ਕਦੇ ਸਵਾਲ ਕੀਤਾ ਨਾ। ਮੀਡੀਆ ਵਾਲੇ ਨੇ ਪਹਿਲਾਂ ਕਰਦੇ ਹੁੰਦੇ ਸੀ, ਹੁਣ ਕੋਈ ਨਹੀਂ ਉਹਨਾਂ 'ਚ ਸਵਾਲ ਕਰਦਾ। ਹਾਂਜੀ, ਤਾਂ ਉਹ ਜ਼ੀਰੋ ਆ ਬੇਸਿਕਲੀ, ਕਿਉਂਕਿ ਉਹ ਕਦੇ ਨਹੀਂ ਬਣਨੀ ਉਹ ਪਾਈਪਲਾਈਨ ਜੀ। ਤਾਂ ਉੱਦਾਂ ਦਾ ਉੱਦਾਂ ਹੀ ਪਿਆ ਹੈ। ਪ੍ਰਾਈਵੇਟ ਕੰਪਨੀ ਜਿਹੜੀ ਸੀ ਉਹ ਬਣਾਉਣਾ ਚਾਹੁੰਦੀ ਸੀ, ਉਹਨੂੰ ਰੋਕ ਦਿੱਤਾ। ਹੁਣ ਸਰਕਾਰ ਨੇ ਟੇਕ ਓਵਰ ਕਰ ਲਿਆ। ਸਰਕਾਰ ਦਾ ਮਤਲਬ ਹੈ ਕਿ ਲੋਕਾਂ ਦਾ ਪੈਸਾ ਉਹਨੂੰ ਫੜਾਤਾ। ਹਾਂਜੀ, $4500 ਮਿਲੀਅਨ ਚੱਕ ਕੇ ਉਹਨਾਂ ਨੂੰ ਫੜਾਤਾ। ਤਾਂ ਆਪ ਕੁਝ ਕਰਨਾ ਨਹੀਂ। ਇਸ ਤਰ੍ਹਾਂ ਦੇ ਫੈਸਲੇ ਲੈਣ ਲਈ ਤੁਹਾਨੂੰ ਗਟਸ ਚਾਹੀਦੇ ਆ। ਆਪਣੇ ਕਹਿੰਦੇ ਰੀੜ੍ਹ ਦੀ ਹੱਡੀ ਹੋਣੀ ਚਾਹੀਦੀ ਹੈ। ਹਾਂਜੀ, ਖੜਾ ਹੋਣਾ ਚਾਹੀਦਾ। ਕੋਈ ਗੱਲ ਨਹੀਂ, ਮੈਂ ਕਰੀ ਥੋੜਾ ਚਿਰ ਹੀ ਮੇਰੇ ਨਾਲ ਗੱਲਬਾਤ ਉਹਨਾਂ ਨੇ ਕੀਤੀ, ਮੈਂ ਟੈਲੀਫੋਨ ਤੇ ਕਨਵਰਸੇਸ਼ਨ ਹੋਈ। ਜਸਟਿਨ ਟਰੂਡੋ ਦੇ ਫਾਦਰ ਜਿਹੜੇ ਸੀ, ਪੀਅਰ ਐਲੀਅਟ ਟਰੂਡੋ, ਮੈਂ ਮਲਟੀਕਲਚਰਲਿਜ਼ਮ ਤੇ ਕਰਦਾ ਸੀ ਥੀਸਿਸ, ਤਾਂ ਮੇਰੇ ਨਾਲ ਸਹਿਮਤ ਹੋ ਗਏ। ਕਹਿੰਦੇ ਮੈਂ ਫੋਨ ਤੇ ਗੱਲ ਕਰੂੰਗਾ। ਉਹ ਉਦੋਂ ਲਾਅ ਫਰਮ 'ਚ ਮੌਂਟਰੀਅਲ ਦੀ ਕੰਮ ਤਾਂ ਨਹੀਂ ਕਰਦੇ ਹੋਣੇ, ਉੱਦਾਂ ਰੱਖਿਆ ਹੋਇਆ ਸੀ ਉਹਨਾਂ ਨੇ। ਤੇ ਦੂਸਰੀ ਗੱਲ, ਮੈਨੂੰ ਕੋਟ ਨਹੀਂ ਕਰਨਾ ਤੂੰ। ਮੈਂ ਕਿਹਾ ਮੈਂ ਨਹੀਂ ਕਰਦਾ ਕੁਛ ਵੀ, ਮੈਂ ਕੁਛ ਸਵਾਲ ਮਲਟੀਕਲਚਰਲਿਜ਼ਮ ਬਾਰੇ ਮੇਰੇ ਸਵਾਲ ਸੀ, ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਜੀ ਮੈਨੂੰ ਕੋਈ 42-43 ਮਿੰਟ ਲੈਕਚਰ ਹੀ ਦਿੱਤਾ। ਸਵਾਲ ਦਾ ਜਵਾਬ ਮਿਲਿਆ ਨਹੀਂ, ਕੁਛ ਸਵਾਲ ਮੈਨੂੰ ਕਰਨਾ ਹੀ ਨਹੀਂ ਦਿੱਤਾ ਉਹਨੇ। ਜਿਉਂ ਬੋਲਣ ਲੱਗੇ ਤਾਂ ਫਿਰ ਉਹ ਰੱਖ ਦਿੱਤਾ। ਪਰ ਮੈਨੂੰ ਇੰਨਾ ਸੀ ਵੀ ਚੱਲ ਇਹਨਾਂ ਮੇਰੇ ਫੋਨ ਤਾਂ ਰਿਟਰਨ ਕੀਤਾ ਨਾ, ਮੇਰੀ ਕਾਲ ਤਾਂ ਲੈ ਲਈ। ਹਾਂਜੀ, ਤੇ ਉਹਨਾਂ ਨੇ ਇੱਕ ਗੱਲ ਮੈਨੂੰ ਚੰਗੀ ਗੱਲ ਕਹੀ। ਕਹਿੰਦੇ ਮੈਂ ਹਮੇਸ਼ਾ ਹੀ ਇਹ ਸੋਚਦਾ ਹੁੰਦਾ ਸੀ ਵੀ ਕੈਨੇਡਾ ਦੇ ਲਈ ਕਿਹੜੀ ਪਾਲਿਸੀ ਚੰਗੀ ਆ ਦੇਸ਼ ਲਈ। ਹਾਂਜੀ, ਉਹ ਪਾਪੂਲਰ ਆ ਜਾਂ ਨਹੀਂ ਪਾਪੂਲਰ, ਇਹ ਕੋਈ ਇਸ਼ੂ ਨਹੀਂ ਜੀ। ਮੈਂ ਜਿੱਤਦਾ ਆ ਜਾਂ ਹਾਰਦਾ ਆ। ਕਹਿੰਦਾ ਜਦੋਂ ਹੁਣ ਮੈਂ 1980 ਦੇ ਵਿੱਚ ਉਹ ਰਿਟਾਇਰ ਹੋ ਗਏ ਸੀ, ਵੈਸੇ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਸੀ ਆਪਣੀ, ਜੋ ਇਲੈਕਸ਼ਨ ਹਾਰ ਗਏ ਸੀ। ਉਹ ਇਲੈਕਸ਼ਨ ਇੱਕਦਮ ਹੀ ਫੇਰ ਆ ਗਈ ਕਿਉਂਕਿ ਦੂਸਰੀ ਸਰਕਾਰ ਜਿਹੜੀ ਸੀ ਟੁੱਟ ਗਈ, ਮਿਨੋਰਟੀ ਸਰਕਾਰ ਸੀ। ਹੁਣ ਲਿਬਰਲ ਪਾਰਟੀ ਵਾਲਿਆਂ ਨੂੰ ਬੰਦਾ ਨਾ ਲੱਭੇ। ਇਹਨਾਂ ਨੇ ਹਾਲੇ ਲੀਡਰਸ਼ਿਪ ਰੇਸ ਚੱਲਦੀ ਸੀ। ਇਹ ਫੇਰ ਪੀਅਰ ਐਲੀਅਟ ਟਰੂਡੋ ਦੇ ਕੋਲ ਗਏ। ਇਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਫੇਰ ਆਓ। ਉਹ ਕਹਿੰਦੇ ਜਦੋਂ ਮੈਂ ਦੁਬਾਰਾ ਆਇਆ ਸੀ, ਮੈਂ ਇਹਨਾਂ ਨੂੰ ਕਿਹਾ ਸੀ ਵੀ ਦੇਖੋ, ਜੇ ਅਸੀਂ ਇਲੈਕਸ਼ਨ ਜਿੱਤ ਗਏ ਤਾਂ ਜਿਹੜੀਆਂ ਮੇਰੇ ਮਨ 'ਚ ਆ ਮੈਂ ਉਹ ਪੂਰੀਆਂ ਕਰਨੀਆਂ। ਉਹਨਾਂ ਦੇ ਮਨ ਦੇ ਵਿੱਚ ਇੱਕ ਵੱਡੀ ਗੱਲ ਇਹ ਸੀ ਵੀ ਚਾਰਟਰ ਆਫ ਰਾਈਟਸ ਹੋਣਾ ਚਾਹੀਦਾ ਹੈ ਸਾਡੇ ਸੰਵਿਧਾਨ ਦੇ ਵਿੱਚ। ਹਾਂਜੀ, ਦੂਸਰੀ ਗੱਲ, ਸੰਵਿਧਾਨ ਜਿਹੜਾ ਇੰਗਲੈਂਡ ਨਹੀਂ ਪਿਆ ਹੋਣਾ ਚਾਹੀਦਾ, ਸਾਡੇ ਕੋਲ ਹੋਣਾ ਚਾਹੀਦਾ। ਇਹ ਕਹਿੰਦੇ ਵੀ ਇਹਨਾਂ ਸਾਰੇ ਲੀਡਰਾਂ ਨੇ ਇਹ ਕਿਹਾ ਤੁਸੀਂ ਜਿਹੜੀ ਮਨ ਦੇ ਵਿੱਚ ਤੁਹਾਡੇ ਹੈਗੀ ਆ ਉਹ ਕਰਿਓ। ਇਹ ਕਹਿੰਦੇ ਵੀ ਮੈਂ ਤਾਂ ਆਉਣਾ, ਨਹੀਂ ਤਾਂ ਮੈਂ ਰਿਟਾਇਰਮੈਂਟ ਵਿੱਚ ਖੁਸ਼ ਬੈਠਾ ਹਾਂ। ਅਮੀਰ ਬਾਪ ਦੇ ਬੇਟੇ ਸੀ, ਉਹ ਪੜ੍ਹੇ ਲਿਖੇ ਸੀ, PhD ਕੀਤੀ ਸੀ ਉਹਨਾਂ ਨੇ, ਤੇ ਮਜ਼ੇ ਲੈ ਰਹੇ ਸੀ। ਕਨੂਇੰਗ ਬੜੇ ਸ਼ੌਕ ਨਾਲ ਕਰਦੇ ਹੁੰਦੇ ਸੀ। ਤੇ ਜਸਟਿਨ ਟਰੂਡੋ ਬਿਲਕੁਲ ਉਲਟ ਉਹਨਾਂ ਦੇ। ਜੇ ਅੱਜ ਕਿਤੇ ਪੀਅਰ ਐਲੀਅਟ ਟਰੂਡੋ ਦੇਖਦੇ ਹੋਣ ਥੱਲੇ ਨੂੰ, ਉਹ ਸੋਚਦੇ ਹੋਣੇ ਕਿ ਇਹ ਮੇਰਾ ਹੀ ਮੁੰਡਾ। ਕਿਊਬਾ ਦਾ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਸੀ ਪਹਿਲਾਂ, ਕਾਸਟਰੋ, ਉਹਨੂੰ ਅਮਰੀਕਾ ਵਾਲੇ ਬਣ ਨਹੀਂ ਸੀ ਦਿੰਦੇ। ਹਾਂਜੀ, ਇਹਨਾਂ ਦੀ ਉਹਨਾਂ ਦੇ ਨਾਲ ਇੰਨੀ ਯਾਰੀ ਹੁੰਦੀ ਸੀ, ਉਹ ਫਿਊਨਰਲ ਤੇ ਵੀ ਉਹਨਾਂ ਦੇ ਆਇਆ, ਪੈਲ ਬੇਰਰ ਬਣਿਆ। ਜਿਹੜੇ ਪੈਲ ਬੇਰਰ ਹੁੰਦੇ, ਜਿਹੜੇ ਆਰਥੀ ਨੂੰ ਕੰਧਾ ਦਿੰਦੇ। ਹਾਂਜੀ, ਤੇ ਮਤਲਬ ਬਿਲਕੁਲ ਇੱਕ ਵਾਰੀ ਉਹ ਗਏ US ਦੇ ਵਿੱਚ, ਇਹਨਾਂ ਨੇ ਕਾਰਪੈਟ ਬਾਮਿੰਗ ਕੀਤੀ ਉੱਥੇ ਵੀਅਤਨਾਮ ਦੇ ਵਿੱਚ। ਤਾਂ ਉਹਨਾਂ ਨੇ ਸਪੀਚ ਦੇਣੀ ਸੀ ਕਿਸੇ ਕਨਵੋਕੇਸ਼ਨ ਤੇ।
ਉਹਨਾਂ ਨੇ ਇੰਨੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ, ਕਹਿੰਦੇ ਇਨਸਾਨੀਅਤ ਦਾ ਘਾਣ ਕਰਨ ਗਏ ਆ ਤੁਸੀਂ ਉੱਥੇ, ਆਮ ਲੋਕਾਂ ਤੇ ਬੰਬ ਸਿੱਟੀ ਜਾਂਦੇ। ਉਹ ਉਸ ਤੋਂ ਬਾਅਦ ਕਨਵੋਕੇਸ਼ਨ ਦੀ ਜਿਹੜੀ ਹੋਈ ਆ, ਉਸ ਤੋਂ ਬਾਅਦ ਉਹ ਗਏ ਵਾਈਟ ਹਾਊਸ 'ਚ ਪ੍ਰੈਜ਼ੀਡੈਂਟ ਜੌਨਸਨ ਸੀ ਉਦੋਂ। ਪ੍ਰੈਜ਼ੀਡੈਂਟ ਜੌਨਸਨ ਬਹੁਤ ਵੱਡੇ ਸੀ, 6.5 ਫੁੱਟ ਹੋਣੇ ਤਕੜੇ। ਤਾਂ ਉਹਨਾਂ ਨੇ ਟਰੂਡੋ ਨੂੰ ਬਾਅਦ 'ਚ ਉਹਨਾਂ ਨੇ ਮੈਮੋਆਰ 'ਚ ਲਿਖਿਆ ਕਰਕੇ ਪਤਾ ਲੱਗਾ, ਕਹਿੰਦੇ ਮੈਨੂੰ ਗਲੋਂ ਫੜ ਲਿਆ ਉਹਨੇ, ਐਕਚੁਅਲੀ ਟਾਈ ਫੜੀ ਉਹਨੂੰ, ਕਹਿੰਦੇ ਤੂੰ ਮੇਰੀ ਇੱਥੇ ਕਾਰਪੇਟ ਤੇ ਆ ਕੇ ਪਿਸ਼ਾਬ ਕਰ ਰਿਹਾ। ਇਹ ਗੱਲ ਉਹਨਾਂ ਨੇ ਕਹੀ ਕਿ ਮੇਰੇ ਹੀ ਦੇਸ਼ ਦੇ ਵਿੱਚ ਆ ਕੇ ਮੇਰੇ ਦੇਸ਼ ਦੀ ਨਿਖੇਧੀ ਕਰ ਰਿਹਾ। ਉਹ ਕਹਿੰਦੇ ਮੈਂ ਚੁੱਪ ਰਿਹਾ ਉਸ ਵੇਲੇ, ਪਰ ਉਹਨਾਂ ਨੇ ਮੁੜ ਕੇ ਆ ਕੇ ਜਦੋਂ ਓਟਵਾ ਆਏ ਆ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਤਾਂ ਪ੍ਰੈਸ ਕਾਨਫਰੰਸ 'ਚ ਫਿਰ ਪੁੱਛਦੇ ਆ ਉਹਨੂੰ ਜਰਨਲਿਸਟ ਵੀ ਤੁਸੀਂ ਅਜੇ ਵੀ ਖਿਲਾਫ ਆ ਉਹਨਾਂ ਦੇ, ਕਾਰਪੇਟ ਬਾਮਿੰਗ ਇਹਨਾਂ ਨੇ ਵੀਅਤਨਾਮ ਦੇ ਵਿੱਚ ਕੀਤੀ। ਉਹ ਕਹਿੰਦੇ ਕਿ ਮੇਰਾ ਸਟੈਂਡ ਜਿਹੜਾ ਉਹੀ ਆ, ਇਹਨਾਂ ਨੇ ਗਲਤ ਕੰਮ ਕੀਤਾ, ਅਸੀਂ ਗਲਤ ਕਵਾਂਗੇ ਜੀ। ਇਹ ਗੱਲ ਨਹੀਂ ਹੈ ਕਿ ਮੇਰਾ ਸਟੈਂਡ ਉੱਥੇ ਹੋਰ ਸੀ ਤਾਂ ਇੱਥੇ ਹੋਰ ਹੋ ਜਾਣਾ। ਇਹ ਹੁੰਦੀ ਗਟਸ ਦੀ ਗੱਲ। ਉਹਨਾਂ ਬੰਦਿਆਂ ਦੇ ਵਿੱਚ ਇੱਕ ਗੱਲ ਹੋਰ ਸੀ ਕਿ ਇੱਕ ਤਾਂ ਉਹਨਾਂ ਦੇ ਵਿੱਚ ਆਤਮਾ ਸੀ, ਦੂਸਰਾ ਉਹ ਆਪਣੇ ਜ਼ਮਾਨੇ ਦੇ ਵਿੱਚ ਪੜ੍ਹੇ ਲਿਖੇ ਬੰਦੇ ਸੀ। ਉਹਨਾਂ ਨੂੰ ਇਹ ਵੀ ਫਿਕਰ ਨਹੀਂ ਸੀ ਕਿ ਮੈਨੂੰ ਪੋਲੀਟਿਕਸ ਦਾ ਕਰਕੇ ਮੈਂ ਮਸ਼ਹੂਰ ਹਾਂ, ਕੋਈ ਗੱਲ ਨਹੀਂ, ਮੈਂ ਪ੍ਰਾਈਵੇਟ ਲਾਈਫ ਵਿੱਚ ਚੱਲ ਜਾਵਾਂਗਾ, ਕੋਈ ਫਰਕ ਨਹੀਂ ਪੈਣਾ। ਕਈਆਂ ਲੋਕਾਂ ਨੂੰ ਤਾਂ ਲੱਗਦਾ ਨਾ ਅਸੀਂ ਜੇ MLA ਜਾਂ MP ਨਾ ਹੋਈਏ, ਇਹਨਾਂ ਲੋਕਾਂ ਨੂੰ ਕਈਆਂ ਨੇ ਬਹੁਤਿਆਂ ਬੰਦਿਆਂ ਨੇ ਇਹਨਾਂ ਨਾਲ ਹੱਥ ਨਹੀਂ ਮਿਲਾਉਣੇ। ਇਸ ਗੱਲ ਕਰਕੇ ਇਹਨਾਂ ਨੂੰ ਇਹ ਸਾਈਕੋਲੋਜੀਕਲ ਫਿਨੋਮਨਾ ਹੈ ਕਿ ਵੀ ਆਪਣੀ ਇੰਪੋਰਟੈਂਸ ਦੇਣ ਲਈ ਇਹ ਪਬਲਿਕ ਦੇ ਵਿੱਚ ਆ, ਤੇ ਉੱਥੇ ਖੜ ਕੇ ਸਟੈਂਡ ਕਿੱਦਾਂ ਲੈ ਸਕਦੇ ਆ, ਹਮੇਸ਼ਾ ਹੀ ਇਹ ਸੋਚਦੇ ਰਹਿੰਦੇ ਆ ਪਬਲਿਕ ਓਪੀਨੀਅਨ ਤੇ। ਪਬਲਿਕ ਓਪੀਨੀਅਨ ਸਭ ਤੋਂ ਜ਼ਿਆਦਾ ਸਰਕਾਰਾਂ ਕਰਾਉਂਦੀਆਂ। ਹਾਂਜੀ, ਉਹ ਇਹ ਦੇਖਣ ਲਈ ਕਿ ਕਿਹੜੀ ਪਾਲਿਸੀ ਸਾਡੇ ਕੰਮ ਕਰਦੀ ਹੈ, ਕਿਹੜੀ ਨਹੀਂ ਕਰਦੀ। ਅੱਛਾ, ਪਬਲਿਕ ਓਪੀਨੀਅਨ ਤਾਂ ਉਸ ਮੂਵਮੈਂਟ ਦਾ ਹੁੰਦਾ ਜੀ, 1 ਘੰਟੇ ਬਾਅਦ ਬਦਲ ਜਾਂਦਾ। ਹਾਂਜੀ, ਦੂਸਰੇ ਦਿਨ ਬਦਲ ਜਾਂਦਾ, ਤਾਂ ਹੀ ਹਰਦੇਵ। ਹਾਂਜੀ, ਸੋ ਇਹ ਗੱਲ ਕਰਕੇ ਬਿੱਲ ਮਾਰਨ ਆਉਂਦੀ, ਇਹ ਗੱਲ ਠੀਕ ਹੈ ਕਿ ਲੌਂਗ ਟਰਮ ਦੇ ਵਿੱਚ ਤੁਸੀਂ ਨਹੀਂ ਸੋਚਦੇ ਨਾ, ਸ਼ਾਰਟ ਟਰਮ ਇਹ ਸੋਲੂਸ਼ਨ ਹੈ ਵੀ ਜਿਹੜੀ ਪਾਪੂਲਰ ਗੱਲ ਆ ਉਹ ਕਰ ਲਓ ਤੇ ਜਿਹੜੀ ਨਹੀਂ ਅਨਪਾਪੂਲਰ ਗੱਲ ਆ ਉਹ ਛੱਡ ਦਿਓ। ਪਰ ਆਉਣ ਵਾਲੇ ਸਮੇਂ 'ਚ ਫਿਰ ਉਹਦੀ ਕਿੰਨੀ ਵੱਡੀ ਕੀਮਤ ਉਤਾਰਨੀ ਪੈਣੀ ਹੈ, ਦੇਖੋ ਤੁਸੀਂ। ਜੇ BC ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਵਿਲੀਅਮ ਬੈਨਟ ਨੇ ਲਾਏ ਹੁੰਦੇ ਤਾਂ ਫਿਰ ਕੀ ਹਾਲ ਹੋਣਾ ਸੀ ਜੀ। ਬਿਲਕੁਲ ਜਾਂਦੇ ਲੱਗਣਾ ਸੀ ਜੀ। ਇਸ ਤਰ੍ਹਾਂ ਜਿਨ੍ਹਾਂ ਲੀਡਰਾਂ ਨੇ ਧੜੱਲੇਦਾਰੀ ਦਿਖਾੜੀ ਆ, ਉਹਨਾਂ ਨੇ ਐਕਚੁਅਲੀ ਕੰਟਰੀਬਿਊਸ਼ਨ ਕੀਤੀ ਆ ਪਬਲਿਕ ਲਾਈਫ ਨੂੰ। ਹਾਂਜੀ, ਬਾਕੀ ਤਾਂ ਠੀਕ ਹੈ, ਬਹੁਤ ਪਿੱਦੀਆਂ ਆਉਂਦੀਆਂ ਤੇ ਪਿੱਦੀਆਂ ਇੱਥੇ ਬਹੁਤ ਤੁਰੀਆਂ ਫਿਰਦੀਆਂ ਜੀ। ਡਾਕਟਰ ਸਾਹਿਬ ਬਿਲਕੁਲ ਸਹੀ ਕਿਹਾ ਤੁਸੀਂ। ਤੇ ਹੁਣ ਅੱਜ ਮੇਰਾ ਖਿਆਲ ਟਾਈਮ ਹੋ ਗਿਆ ਅੱਜ ਦੇ ਵਿਚਾਰ ਦਾ। ਹਾਂਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈਗਾ ਜੀ, ਬਜ਼ੁਰਗਾਂ ਦਾ ਹਾਸਾ ਘਰ ਦੀ ਅਮੀਰੀ ਦਾ ਮਾਪਦੰਡ ਹੁੰਦਾ ਹੈ। ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਾਡੇ ਸਟੂਡੀਓ ਦਾ ਨੰਬਰ ਹੈ 6045929191 6045929191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਮੈਸੇਜ ਕਰਕੇ ਵੀ ਦੱਸ ਸਕਦੇ ਹੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਡੇਲੀ ਨਿਊਜ਼ ਅਪਡੇਟ ਦੇ ਲਈ ਸਾਨੂੰ ਸਾਡੇ ਸੋਸ਼ਲ ਮੀਡੀਆ ਤੇ ਫੋਲੋ ਜ਼ਰੂਰ ਕਰੋ। ਈਮੇਲ ਹੈ ਜੀ info@radioindia.ca। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।